सुत्ती पई है। ਉਹਨਾਂ ਦਾ ਨਾ ਤਾਂ ਮੰਡੀਆਂ 'ਚ ਜੋ ਕਿਸਾਨਾਂ ਦਾ ਹਾਲ ਹੋ ਰਿਹਾ ਇਸ ਕਰੋਨਾ ਕਾਲ 'ਚ, ਨਾ ਉਹਦੇ ਵੱਲ ਧਿਆਨ ਜਾ ਰਿਹਾ ਕਿ ਨਾ ਤਾਂ ਬਾਰਦਾਨਾ ਅਵੇਲੇਬਲ ਹੈ। ਲਿਫਟਿੰਗ ਦੀ ਤਾਂ ਗੱਲ ਹੀ ਦੂਰ ਹੋ ਗਈ, ਜਦੋਂ ਬਾਰਦਾਨਾ ਅਵੇਲੇਬਲ ਨਹੀਂ ਤੇ ਲਿਫਟਿੰਗ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਸਕਦਾ। ਔਰ ਦੂਜੇ ਜੋ ਹਾਲਾਤ ਬਣੇ ਆ ਸਾਰੇ ਪੰਜਾਬ 'ਚ ਤੇ ਦੇਸ਼ 'ਚ ਕਿ ਕਰੋਨਾ ਦੀ ਮਹਾਮਾਰੀ ਲਈ ਕਿੰਨੀ ਇਲ ਪ੍ਰੀਪੇਅਰਡ ਨੇ ਸਰਕਾਰਾਂ, ਕਿ ਕਰੋਨਾ ਦੇ ਗਿਣਤੀ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਔਰ ਕਰੋਨਾ ਡੈਥਸ ਵੀ ਬਹੁਤ ਤੇਜ਼ੀ ਨਾਲ ਵੱਧ ਰਹੀਆਂ। ਔਰ ਵੱਡੀ ਗੱਲ ਕਿ ਜਿਹੜੀ ਸਭ ਤੋਂ ਜ਼ਰੂਰੀ ਇਹਦੇ ਵਾਸਤੇ ਕਰੋਨਾ ਦੀ ਮਹਾਮਾਰੀ 'ਚ ਜਿਹੜੀਆਂ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਮੰਨੀਆਂ ਜਾਂਦੀਆਂ, ਆਕਸੀਜਨ ਤੇ ਦਵਾਈਆਂ, ਉਹਦੀ ਬਹੁਤ ਵੱਡੀ ਘਾਟ ਵੇਖਣ ਨੂੰ ਮਿਲ ਰਹੀ ਹੈ। ਮੈਂ ਤੁਹਾਨੂੰ ਆਪਦੇ ਪਰਸਨਲ ਐਗਜ਼ਾਮਪਲ ਤੋਂ ਇਹ ਗੱਲ ਕਰ ਰਿਹਾ ਕਿ ਹਾਲ ਵੇਖ ਲਓ ਸੂਬੇ 'ਚ ਕੀ ਹੈ ਕਿ ਹਰ ਗੱਲ ਨੂੰ ਬਲੇਮ ਗੇਮ 'ਚ ਬਦਲ ਕੇ ਤੂੰ ਮੈਂ 'ਚ ਫਿਕਸ ਕਰਕੇ ਗੱਲ ਨੂੰ ਟਾਲ ਮਟੋਲ ਕਰਨਾ। ਰੂਲਿੰਗ ਸਰਕਾਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਕਿ ਪੰਜਾਬ 'ਚ ਜੋ ਲੋਕਾਂ ਪ੍ਰਤੀ ਜ਼ਿੰਮੇਵਾਰੀ ਆ ਕਾਂਗਰਸ ਦੀ ਰਹੂਗੀ, ਮਗਰ ਅੱਜ ਕਾਂਗਰਸ ਉਹ ਸਾਰੀ ਜ਼ਿੰਮੇਵਾਰੀਆਂ ਤੋਂ ਭੱਜਦੀ ਆ। ਜੇ ਬਾਰਦਾਨਾ ਨਹੀਂ ਤਾਂ ਜ਼ਿੰਮੇਵਾਰੀ ਫਿਕਸ ਕਰ ਦਿੰਦੇ ਕਿਸੇ ਹੋਰ ਦੀ, ਜੇ ਹਸਪਤਾਲਾਂ 'ਚ ਦਵਾਈਆਂ ਜਾਂ ਆਕਸੀਜਨ ਨਹੀਂ ਤਾਂ ਜ਼ਿੰਮੇਵਾਰੀ ਕਿਸੇ ਹੋਰ ਦੀ ਫਿਕਸ ਕਰ ਦਿੰਦੇ। ਫਿਰ ਇਫ ਯੂ ਆਰ ਨਾਟ ਫਿਟ ਟੂ ਗਵਰਨ, ਤੁਸੀਂ ਆਪ ਦਾ ਅਸਤੀਫਾ ਦਿਓ ਤੇ ਆਪਦੇ ਫਾਰਮ ਹਾਊਸ 'ਚ ਮੌਜਾਂ ਕਰੋ। ਲੋਕਾਂ ਨੇ ਹਾਲਾਤ ਐਡੇ ਕਿਉਂ ਬਣਾਤੇ? ਐਜ਼ ਐਨ MLA ਮੈਂ ਤੁਹਾਨੂੰ ਦੱਸ ਰਿਹਾ, ਸਵੇਰ ਤੋਂ ਸ਼ਾਮ ਅਸੀਂ ਸਿਵਾਏ ਬਾਰਦਾਨਾ ਦੀ ਪਰਚੇਸ ਦੇ ਪਿੱਛੇ ਪਏ ਰਹਿੰਦੇ ਹਾਂ ਜਾਂ ਲੋਕਾਂ ਨੂੰ ਹਸਪਤਾਲਾਂ 'ਚ ਦਾਖਲ ਕਰਾਉਣਾ ਔਰ ਲੋਕਾਂ ਤੱਕ ਦਵਾਈਆਂ ਪਹੁੰਚਾਉਣ ਤੇ ਰਹਿੰਦੇ। ਔਰ ਮੈਂ ਆਪਣੇ ਹਾਲਾਤ ਦੱਸ ਰਿਹਾ ਕਿ ਮੈਨੂੰ ਵੀ ਹੁਣ ਹਸਪੀਟਲ ਨੇ ਰਿਫਿਊਜ਼ ਕਰਨਾ ਸ਼ੁਰੂ ਕਰਤਾ ਕਿ ਸਾਡੇ ਕੋਲ ਆਕਸੀਜਨ ਨਹੀਂ, ਵੀ ਕੈਨ ਨਾਟ ਟੇਕ ਇਨ ਯੋਰ ਪੇਸ਼ੈਂਟ। ਤੇ ਜਿਹਨੂੰ ਆਕਸੀਜਨ ਦੀ ਲੋੜ ਹੈ ਤੇ ਜੇ ਉਹ MLA ਨੂੰ ਮਨਾ ਕਰ ਰਹੇ, ਤੁਸੀਂ ਸਧਾਰਨ ਬੰਦਿਆਂ ਦਾ ਹਾਲ ਵੇਖ ਲਓ ਫਿਰ ਕੀ ਬਣਦਾ ਹੋਣਾ। ਉਹ ਵਿਚਾਰਾ ਕਿੱਥੇ ਜਾ ਕੇ ਰਹੂਗਾ? ਉਹਦੀ ਗੱਲ ਕੌਣ ਸੁਣ ਰਿਹਾ? ਔਰ ਅੰਮ੍ਰਿਤਸਰ 'ਚ ਐਡਾ ਦਰਦਨਾਕ ਹਾਦਸਾ ਵਾਪਰਿਆ ਕਿ 6 ਦੀ ਡੈਥ ਹੋ ਗਈ ਔਰ ਉਸ ਹਸਪਤਾਲ ਨੇ ਇੱਕ ਵਾਰੀ ਨਹੀਂ 10 ਵਾਰੀ SOS ਭੇਜਦਾ ਸੀ that oxygen is running out। ਅੱਜ ਵੀ ਮੈਨੂੰ ਲੱਗਦਾ ਪਟਿਆਲੇ ਤੋਂ ਵੀ ਖਬਰ ਆਈ ਹੈ ਕਿ ਉੱਥੇ ਵੀ ਇਸ ਕਰਕੇ ਬੜੀਆਂ ਡੈਥਾਂ ਦੀ ਰਿਪੋਰਟ ਹੋ ਰਹੀ ਹੈ। ਹਾਲਾਤ ਇਹ ਬਣ ਗਏ ਆ that the present government, ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੀ ਕਾਂਗਰਸ ਪਾਰਟੀ ਇਹਨਾਂ ਸਾਰੀ ਜ਼ਿੰਮੇਵਾਰੀਆਂ ਤੋਂ ਬੇਮੁਖ ਹੋ ਗਈ। ਲੋਕ ਆਪਣੇ ਹਾਲ ਤੇ ਛੱਡਤੇ ਗਏ ਆ। ਪਹਿਲਾਂ ਇਹਨਾਂ ਨੇ ਪਰਚੇਸ ਡਿਲੇ ਕੀਤੀ, ਜੇ ਇੱਕ ਨੂੰ ਪਰਚੇਸ ਸ਼ੁਰੂ ਹੋ ਜਾਂਦੀ ਤੇ ਮੈਂ ਸਮਝਦਾ ਤੇ ਨਾ ਕਿਸਾਨ ਨੂੰ ਮੌਸਮ ਦੀ ਮਾਰ ਝੱਲਣੀ ਪੈਣੀ ਸੀ, ਨਾ ਨਮੀ ਦੀ ਮਾਰ ਝੱਲਣੀ ਪੈਣੀ ਸੀ, ਕਿਉਂਕਿ ਮੀਂਹ ਇਹ ਸਭ ਮਗਰੋਂ ਆਇਆ। ਇਹ 19, 20, 21, 22 ਤੋਂ ਬਾਅਦ ਦੀ ਗੱਲ ਹੈ। 10 ਤਰੀਕ ਪਹਿਲਾਂ ਕੀਤੀ, 10 ਤੋਂ ਫਿਰ 19 ਕਰਤੀ। ਅਸਲ ਪਰਚੇਸ 19 ਦੇ ਨੇੜੇ ਤੇੜੇ ਸ਼ੁਰੂ ਹੋਈ ਔਰ ਉਹ ਵੀ ਨਹੀਂ ਅੱਜ ਚੱਜ ਨਾਲ ਸ਼ੁਰੂ ਹੋਈ ਹੈ। ਇਹਨਾਂ ਹਾਲਾਤਾਂ 'ਚ ਸਿਵਾਏ ਕਾਂਗਰਸ ਲੀਡਰਾਂ ਨੂੰ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਫੋਬੀਆ ਹੀ ਹੋਇਆ ਖੜਾ। ਮੈਂ 2-3 ਦਿਨ ਦੇ ਅਖਬਾਰ ਪੜ੍ਹ ਰਿਹਾ ਸਾਂ, ਇੱਕ ਵਜ਼ੀਰ ਨੇ ਵੀ ਔਰ ਇਹਨਾਂ ਦੀ ਠੋਕੋ ਤਾਲੀ ਨੇ ਵੀ ਜਾਂ ਹੋਰ ਕਿਸੇ ਨੇ ਇਸ ਗੱਲ ਦੀ ਜਾਖੜ ਸਾਹਿਬ ਨੇ ਵੀ ਨਾ ਤਾਂ ਬਾਰਦਾਨੇ ਦੀ ਚਿੰਤਾ ਜਤਾਈ ਤੇ ਨਾ ਕਰੋਨਾ ਦੇ ਲੈਕ ਆਫ ਆਕਸੀਜਨ ਜਾਂ ਦਵਾਈਆਂ ਦੀ ਚਿੰਤਾ ਜਤਾਈ। ਲੈ ਦੇ ਕੇ ਇਹਨਾਂ ਨੂੰ ਸਾਰਾ ਦਿਨ ਇੱਕੋ ਕੰਮ ਰਹਿ ਗਿਆ ਕਿ ਕਿਵੇਂ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਸਿਆਸਤ ਕਰਨੀ ਸੀ। ਉਹ ਸਿਆਸਤ 'ਚ ਅਸੀਂ ਹਾਈ ਕੋਰਟ 'ਚ ਫੇਲ ਹੋ ਗਏ ਆ ਔਰ ਲੈ ਦੇ ਕੇ ਬਿਆਨ ਇੱਕੋ ਹੀ ਆ ਰਿਹਾ। ਮੈਂ ਜੇ ਦੂਜੀ ਗੱਲ ਵੀ ਕਰ ਲਾਂ, ਮੈਂ ਅੱਜ ਮੇਰਾ ਇਹ ਮਕਸਦ ਨਹੀਂ ਸੀ ਕਿ ਟੁਡੇ ਆਈ ਕਮ ਐਂਡ ਸਟਾਰਟ ਟਾਕਿੰਗ ਅਬਾਊਟ ਦਿਸ ਐਨ ਇਸ਼ੂ ਜਿਹੜਾ ਹਾਈ ਕੋਰਟ 'ਚ ਹੁਣ ਵੈਲ ਸੈਟਲਡ ਹੈ, ਮਗਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਠੋਕੋ ਤਾਲੀ ਵਰਗਿਆਂ ਨੂੰ
ਕਿ ਜਦੋਂ ਦਾ ਹੀ ਗੱਲ ਕਰਦੇ ਹੋ ਤੁਸੀਂ ਕਿੱਥੇ ਸੀ? ਤੁਸੀਂ ਤਾਂ ਆਪ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦਾ ਹਿੱਸਾ ਸੋ। ਤੁਹਾਡੀ ਮਿਸਿਸ CPS ਸੀ, ਤੁਸੀਂ ਤਾਂ ਮਜ਼ਾਕ ਬਣਾ ਲਿਆ। ਤੁਹਾਡੀ ਤਾਂ ਮੌਕਾ ਪ੍ਰਸਤੀ ਦੀ ਹੱਦ ਹੋ ਗਈ ਹੈ। ਜਿਹੜਾ ਉਦੋਂ ਕਾਂਗਰਸ ਨੂੰ ਮੁੰਨੀ ਨਾਲੋਂ ਵੱਧ ਬਦਨਾਮ ਕਹਿ ਸਕਦਾ ਸੀ, ਜਾਂ ਸੋਨੀਆ ਗਾਂਧੀ ਨੂੰ ਮੁੰਨੀ ਕਹਿ ਸਕਦਾ ਸੀ, ਅੱਜ ਮੰਮੀ ਆਖੀ ਜਾਂਦਾ। ਤੇਰਾ ਤਾਂ ਮੌਜ ਹੈ, ਤੂੰ ਤਾਂ ਜਦੋਂ ਮਰਜ਼ੀ ਆਪਦਾ ਰਿਵਰਸ ਯੂ ਟਰਨ ਮਾਰੇ ਤੇ ਗੱਲ ਨੂੰ ਬਦਲ ਕੇ ਬਹਿ ਜੇ। ਮਗਰ ਕੀ ਇਜ਼ ਦਿਸ ਦ ਰਾਈਟ ਟਾਈਮ ਟੂ ਡੂ ਪੋਲਿਟਿਕਸ? ਆਰ ਯੂ ਗੋਇੰਗ ਟੂ ਡੂ ਪੋਲਿਟਿਕਸ ਔਨ ਐਵਰੀਥਿੰਗ? ਲੋਕਾਂ ਦੀ ਜਾਨ ਮਾਲ ਦੀ ਜਾਂ ਕਿਵੇਂ ਕਿਸਾਨ ਰੋਲ ਰਿਹਾ ਉਹਦੀ ਕੋਈ ਚਿੰਤਾ ਨਹੀਂ। ਵੇਖੋ, ਮੈਂ ਵੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਕੋਰੋਨਾ ਦੀ ਲੜਾਈ, ਉਹਦੇ ਵਾਸਤੇ ਸਰਕਾਰ ਦੀ ਕੀ ਪ੍ਰੀਪੇਅਰਡਨੈਸ ਹੈ। ਕੋਈ ਵਿਦਆਊਟ ਆਕਸੀਜਨ ਜਾਂ ਦਵਾਈ ਨਾ ਜਾਵੇ, ਮਗਰ ਉਹਦੇ ਵੱਲ ਕੋਈ ਧਿਆਨ ਨਹੀਂ। ਕਪਤਾਨ ਸਾਹਿਬ ਆਪਦੇ ਆਲੀਸ਼ਾਨ ਫਾਰਮ ਹਾਊਸ ਤੋਂ ਨਹੀਂ ਨਿਕਲਦੇ ਤੇ ਦੂਜੇ ਲੱਭਦੇ ਨਹੀਂ। ਦੂਜੇ ਜਿਹੜਾ ਮਸਲਾ ਬਾਰਦਾਨੇ ਦਾ, ਕਿਹੜੇ ਮੰਤਰੀ ਨੇ ਜਾ ਕੇ ਕਿਸੇ ਮੰਡੀ 'ਚ ਜਾ ਕੇ ਬਾਰਦਾਨੇ ਦਾ ਮਸਲਾ ਹੱਲ ਕਰਾਇਆ? ਕਿਸਾਨ ਰੁਲ ਰਿਹਾ, ਮੀਂਹ ਰੋਜ਼ ਪੈ ਰਿਹਾ, ਨੁਕਸਾਨ ਵੱਡਾ ਹੋ ਰਿਹਾ, ਕੋਈ ਨਹੀਂ ਦਿਸਦਾ। ਮਗਰ ਸਾਰਾ ਦਿਨ ਇੱਕੋ ਬਿਆਨ ਤੇ ਲੱਗੇ ਆ। ਜਿਹੜੀ ਇਨਕੁਆਇਰੀ ਕਿਹਨੇ ਕੀਤੀ? ਦੇਖੋ, ਯੂ ਐਂਡ ਆਈ ਨੋ ਇਟ ਵੈਰੀ ਵੈਲ ਕਿ ਠੀਕ ਹੈ, ਇਹ ਅਫਸਰ ਜਿਹੜਾ ਹੈਗਾ ਇਹ ਆਪਣਾ ਕੁੰਵਰ ਵਿਜੇ ਪ੍ਰਤਾਪ, ਵੈਸੇ ਤਾਂ ਮੈਂ ਇਹਦਾ ਨਾਂ ਪਹਿਲਾਂ ਹੀ ਨਟਵਰ ਲਾਲ ਪਾਇਆ ਹੈ। ਨਟਵਰ ਲਾਲ, ਨਿਰਾ ਨਟਵਰ ਲਾਲ, ਹੋਰ ਕੁਛ ਨਹੀਂ ਹੈ। ਇਹਨੂੰ ਚੂਜ਼ ਕਿਹਨੇ ਕੀਤਾ? ਇਹਨਾਂ ਨੇ ਚੂਜ਼ ਕੀਤਾ ਦਿਸ ਪ੍ਰੈਜ਼ੈਂਟ ਸਰਕਾਰ ਦੇ। ਔਰ ਤੁਸੀਂ ਉਹ ਦਿਨ ਭੁੱਲ ਗਏ ਜਿਹੜੀ SIT ਬਣੀ ਸੀ, ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਬਣਾਈ ਜਾਂ ਕਿਸੇ ਹੋਰ ਨੇ ਨਹੀਂ ਬਣਾਈ। ਇਹ SIT ਬਣਾਈ ਕਿਹਨੇ? ਮੌਜੂਦਾ ਸਰਕਾਰ ਨੇ। ਔਰ ਉਸ SIT ਦੇ ਹੈੱਡ ਨੂੰ ADGP ਨੂੰ ਹੁਣ DGP ਬਣ ਗਏ ਪ੍ਰਬੋਧ ਕੁਮਾਰ ਜੀ, ਇੱਕ ਬੜੇ ਪ੍ਰੋਫੈਸ਼ਨਲ ਅਫਸਰ ਨੇ। ਜਾਂ ਉਹਨਾਂ ਦੇ ਥੱਲੇ ਅਰੁਣਪਾਲ ਸੀ, ਜਾਂ ਉਹਨਾਂ ਦੇ ਥੱਲੇ ਕੁੰਵਰ ਵਿਜੇ ਪ੍ਰਤਾਪ ਸੀ, ਜਾਂ ਥੱਲੇ ਸਤਿੰਦਰ ਸੀ, ਜਾਂ ਭੁਪਿੰਦਰ ਸੀ। ਇਹਨਾਂ ਦੀ ਚੋਣ ਇਹਨਾਂ ਨੇ ਆਪ ਕੀਤੀ। ਫਿਰ ਉਹਨਾਂ ਨੂੰ, ਕਿਉਂਕਿ ਉਹ ਪ੍ਰੋਫੈਸ਼ਨਲ ਲੋਕ ਸੀ, ਉਹ ਸਰਕਾਰ ਦੇ ਮੀਆਂ ਮਿੱਠੂ ਜਾਂ ਕੇਜ ਪੈਰਟ ਦਾ ਰੋਲ ਅਦਾ ਨਹੀਂ ਕਰਦੇ ਸੀ, ਤੇ ਇਹਨਾਂ ਨੂੰ ਚਾਹੀਦਾ ਸੀ ਇੱਕ ਤੋਤਾ। ਉਸ ਤੋਤੇ ਦੀ ਵੀ ਕਿੰਨੀ ਵਾਰੀ ਖਬਰ ਲੱਗ ਗਈ ਕਿ ਦੇਖੋ ਅੱਜ ਵੀ ਕੀ ਕਹਿ ਰਿਹਾ, ਮੀਟਿੰਗਾਂ ਕਿਹਦੇ ਨਾਲ ਹੁੰਦੀਆਂ ਸੀਆਂ। ਐਵਰੀਬਡੀ ਨੋਜ਼ ਕਿ ਜਿਹੜਾ ਚਾਰਟ ਸ਼ੀਟ ਦਾਇਰ ਹੋਈ ਹੈ ਉਹਦੇ 'ਚ, ਮੈਂ ਕੱਲ ਪੜ੍ਹ ਰਿਹਾ ਸੀ ਖਬਰ, ਕੱਲ ਪਰਸੋਂ ਦੀ ਖਬਰ ਹੀ ਹੈ, ਬਿਫੋਰ ਦ ਵਰਡਿਕਟ ਕੇਮ ਆਊਟ। ਹੁਣ ਮੈਨੂੰ ਹੈਰਾਨਗੀ ਹੈ ਕਿ ਹਰ ਗੱਲ ਤੋਂ ਪੜ੍ਹੇ ਇਹਨਾਂ ਦਾ, ਮੈਂ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਲੈ ਕੇ ਆਇਆ। ਈਚ ਐਂਡ ਐਵਰੀ ਸੈਂਟੈਂਸ ਆਫ ਮਾਈ ਰਿਪੋਰਟ and charge sheet is an evidence in itself। ਹੁਣ ਕਿੱਧਰ ਗਏ? ਜਿਹੜਾ ਕਹਿੰਦਾ ਸੀ evidence in itself, it can't be negated। ਹੁਣ ਕੀ ਹੋਇਆ? ਮਗਰ ਇਹ ਚਾਰਜ ਸ਼ੀਟ ਤਿਆਰ ਕਿਹਨੇ ਕੀਤੀ? do you think ਕਿ ਕੱਲਾ ਇਹ ਅਫਸਰ ਨਟਵਰ ਲਾਲ ਜ਼ਿੰਮੇਵਾਰ ਹੈ? ਇਹਦੇ ਨਾਲ ਇਹ ਠੋਕੋ ਤਾਲੀ ਵੀ ਵਿੱਚ ਹੀ ਸੀ, ਜਿਹੜੇ ਜਾ ਕੇ CM ਨਾਲ ਬਹਿ ਕੇ, CM ਵਿੱਚ DGP ਬਹਿੰਦਾ ਸੀ, ਵਿੱਚ ਠੋਕੋ ਤਾਲੀ ਬਹਿੰਦੀ ਸੀ, ਵਿੱਚ ਜਿਹਦੀ ਹੁਣ ਤਾਂ ਅੱਜ ਕੱਲ੍ਹ ਗੱਲ ਕੋਈ ਨਹੀਂ ਆ ਰਹੀ ਆ, ਰੰਧਾਵਾ ਸਾਹਿਬ, ਇਹ ਬਹਿੰਦੇ ਸਨ। ਤ੍ਰਿਪਤ ਰਜਿੰਦਰ ਬਾਜਵਾ ਜੀ ਬਹਿੰਦੇ ਸਨ, ਕਿੱਕੀ ਢਿੱਲੋਂ ਬਹਿੰਦਾ ਸੀ। ਮਤਲਬ ਇਹਨਾਂ ਦੇ ਚੰਗੇ ਭਲੇ 4-5 ਵਜ਼ੀਰ ਤੇ ਉਹਨੂੰ ਦੱਸਦੇ ਸੀ ਕਿ ਇਹ ਵੀ ਲਿਖ ਦੇ, ਇਹ ਵੀ ਲਿਖ ਦੇ, ਇਹ ਵੀ ਲਿਖ ਦੇ। ਤੇ ਅੱਜ ਜਦ ਕੰਮ ਪੁੱਠਾ ਪੈ ਗਿਆ ਤੇ ਕੱਲਾ ਨਟਵਰ ਲਾਲ ਨੂੰ ਆਖੀ ਜਾਂਦੇ। ਮੈਂ ਤਾਂ ਕਹਿੰਦਾ ਕਾਰਵਾਈ 5-6 'ਚ ਹੋਣੀ ਚਾਹੀਦੀ। they should be dismissed। ਇਹਨਾਂ ਦੇ ਖਿਲਾਫ ਕਾਰਵਾਈ ਹੋਵੇ, ਪਰਚਾ ਦਰਜ ਹੋਵੇ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਸੱਚਾਈ ਸਾਹਮਣੇ ਆਵੇ। ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਜਾਂ ਪੰਜਾਬੀ ਇਹ ਚਾਹੁੰਦਾ ਕਿ ਸੱਚਾਈ ਸਾਹਮਣੇ ਆਵੇ। ਕੋਈ ਇਹ ਨਹੀਂ ਚਾਹੁੰਦਾ ਕਿ ਇਹਦੇ ਤੇ ਪੋਲਿਟਿਕਸ ਹੋਵੇ। ਹਾਂ, ਜਿਹੜੇ ਉਹ ਦੁਖਦਾਈ ਘਟਨਾ ਵਾਪਰੀ ਜਿਹ 'ਚ 2 ਸਿੰਘ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰ ਵੀ ਅੱਜ ਤੱਕ ਜਸਟਿਸ ਉਡੀਕ ਰਿਹਾ ਕਿ ਉਹਨੂੰ ਜਸਟਿਸ ਮਿਲਿਆ। ਅਸੀਂ ਚਾਹੁੰਦੇ ਉਹਨਾਂ ਨੂੰ ਜਸਟਿਸ ਮਿਲੇ। ਫੈਕਟ ਆਫ ਦਾ ਮੈਟਰ ਇਜ਼, ਸਿਵਾਏ ਪੋਲਿਟਿਕਸ ਤੋਂ ਸਿਵਾਏ ਨਾ ਤਾਂ
ਸੱਚਾਈ ਸਾਹਮਣੇ ਲਿਆਉਣ 'ਚ ਕਿਸੇ ਦਾ ਇੰਟਰਸਟ ਹੈ, ਨਾ ਅਸਲ ਕਲਪ੍ਰਿਟਸ ਜਿਹੜੇ ਨੇ ਹੂ ਆਰ ਰਿਸਪੌਂਸਿਬਲ ਫॉर द ਡੈਥਸ ਉਹਨਾਂ ਦੇ ਵਾਸਤੇ ਕੋਈ ਚਿੰਤਿਤ ਹੈ। ਸਿਰਫ ਤੇ ਸਿਰਫ ਇੱਕ ਆਪਦੀ ਪੋਲਿਟਿਕਸ ਤੱਕ ਚਿੰਤਿਤ ਨੇ ਕਿ ਬਾਦਲਾਂ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਠੋਕਣਾ ਸੀ, ਉਹ ਕੰਮ ਹੋਇਆ ਨਹੀਂ, ਤੇ ਸਾਡੀ ਪੋਲਿਟਿਕਸ ਅੱਗੇ ਕਿਵੇਂ ਚੱਲੂਗੀ। ਵੇਖੋ ਮੈਂ ਬਾਰ-ਬਾਰ ਕਹਿਣਾ, ਕੋਈ ਕਵੇ ਨਾ ਕਿ ਗੁਰੂ ਨੂੰ ਕੋਈ ਇਨਸਾਫ ਦਊਗਾ, ਕਿਸੇ ਬੰਦੇ 'ਚ ਗੁਰੂ ਨੂੰ ਇਨਸਾਫ ਨਹੀਂ ਦੇਣਾ, ਗੁਰੂ ਨੇ ਇਨਸਾਫ ਕਰਨਾ ਹੈ। ਮਗਰ ਜਿਹੜਾ ਗੁਰੂ ਦੇ ਨਾਂ ਤੇ ਸਿਆਸਤ ਕਰੂਗਾ ਉਹਨਾਂ ਨੂੰ ਇਸ ਤਰ੍ਹਾਂ ਦੀ ਮੂੰਹ ਦੀ ਖਾਣੀ ਪੈਣੀ ਹੈ। ਅੱਜ ਵੀ ਮੈਂ ਫੇਰ ਦੱਸ ਰਿਹਾ, ਜਿਹੜੇ ਹਲੇ ਵੀ ਨਹੀਂ ਸਿੱਖੇ ਕੁਝ, ਵਕੀਲ ਤੁਹਾਡੇ, ਚਾਰਜ ਸ਼ੀਟ ਵਜ਼ੀਰਾਂ ਦੀ ਤੇ ਇਸ ਨਟਵਰ ਲਾਲ ਦੀ, ਸਾਰਾ ਕੁਝ ਤੁਸੀਂ ਮਨਮਰਜ਼ੀ ਨਾਲ ਕਰ ਲਿਆ, ਮਗਰ ਇੱਕ ਰੱਬ ਵਸਦਾ ਉੱਤੇ। ਲੋਕ ਅਰਦਾਸ ਕਰਦੇ ਆ ਰੋਜ਼ ਕਿ ਸੱਚ ਸਾਹਮਣੇ ਆਵੇ। ਅੱਜ ਵੀ ਮੈਂ ਕਹਿੰਦਾ ਹਲੇ ਵੀ ਕੁਝ ਸਿੱਖ ਲਓ। ਅੱਜ ਵੀ ਜੇ ਪੋਲਿਟਿਕਸ ਹੀ ਤੁਹਾਡੇ ਧਿਆਨ 'ਚ ਹੈ, ਰੱਬ ਦੇ ਬੜੇ ਰੰਗ ਨੇ। ਜੇ ਕੋਈ ਸਮਝੇ ਨਾ, ਪਹਿਲੀ ਗੱਲ ਇਹ ਕਾਂਗਰਸ ਇਨਸਾਫ ਦਊਗੀ, ਜਿਨ੍ਹਾਂ ਦੇ ਆਪ ਦੇ ਹੱਥ ਖੂਨ ਨਾਲ ਰੰਗੇ ਹੋਣ। ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਉਣ ਵਾਲੇ ਨਹੀਂ, ਕੋਈ ਬੰਦੇ 'ਚ ਐਡੀ ਨਹੀਂ ਹਿੰਮਤ ਜਾਂ ਪਾਵਰ ਕਿ ਉਹ ਇਨਸਾਫ ਦੇਵੇ। ਇਨਸਾਫ ਸੱਚਾ ਪਾਤਸ਼ਾਹ ਆਪ ਕਰੂਗਾ, ਮਗਰ ਕਰੂਗਾ ਆਪ ਦੇ ਸਮੇਂ ਨਾਲ, ਆਪ ਦੇ ਤਰੀਕੇ ਨਾਲ। ਹਾਂ, ਜਿਹੜਾ ਕੋਈ ਸਿਆਸਤ ਕਰੂਗਾ ਉਹਦੇ ਤੇ ਫਿਰ ਉਹਨੂੰ ਇੱਕ ਵਾਰੀ ਨਹੀਂ 1000 ਵਾਰੀ ਮੂੰਹ ਦੀ ਖਾਣੀ ਪਊਗੀ। ਜੇ ਕੋਈ ਸਮਝੇ ਨਾ ਕਿ ਮੈਂ ਪੋਲਿਟਿਕਸ ਕਰਕੇ ਗਾਂਹ ਨਿਕਲ ਜਾਊਂ, ਜਾਂ ਠੋਕੋ ਤਾਲੀ ਸਮਝੇ ਕਿ ਮੈਂ ਆਈ ਵਾਰੀ ਪੋਲਿਟਿਕਸ ਕਰਕੇ ਪਾਰ ਨਿਕਲ ਜਾਊਂ, ਮੈਨੂੰ ਹੈਰਾਨਗੀ ਹੁੰਦੀ ਆ। ਇੱਕ ਬਿਆਨ ਨਹੀਂ ਪਿਛਲੇ 4 ਦਿਨਾਂ 'ਚ ਰਿਗਾਰਡਿੰਗ ਬਾਰਦਾਨਾ ਜਾਂ ਕਰੋਨਾ ਡੈਥ। ਕੇਵਲ ਤੇ ਕੇਵਲ ਬਾਦਲ ਖੁਸ਼ੀ ਨਾ ਬਣਾਉਣ, ਬਾਦਲ ਇਸ ਤਰ੍ਹਾਂ ਨਾ ਕਰ ਦੇਣ, ਉਹ ਇਹ ਨਾ ਹੋ ਜੇ। ਦੱਸੋ ਅਸੀਂ ਕੋਈ ਕੋਰਟ ਗਏ ਆ? ਰੌਲਾ ਤੁਹਾਡੇ ਅਫਸਰਾਂ ਦਾ ਆਪਸ ਦਾ। ਇੱਕ ਮੁਲਾਜ਼ਮ ਤੁਹਾਡੀ SIT ਦੇ ਹੈੱਡ ਦੇ ਖਿਲਾਫ ਗਿਆ, ਕੋਰਟ ਨੇ ਫੈਸਲਾ ਦੇ ਦਿੱਤਾ, ਸਾਡਾ ਕੀ ਲੈਣਾ ਦੇਣਾ। ਮਗਰ ਜੇ ਕਿਸੇ ਨੂੰ ਸਿਆਸਤ ਹੀ ਇਕੱਲੀ ਦਿਸਦੀ ਹੈ, ਫਿਰ ਸੁਭਾਵਿਕ ਹੈ ਉਹਦੇ ਲਈ ਦਿਨ ਮਾੜੇ ਜ਼ਰੂਰ ਆਏ ਆ। ਮੈਂ ਯਾਦ ਕਰਾਉਣਾ ਚਾਹੁੰਦਾ, ਹਰਪਾਲ ਚੀਮਾ ਨੇ ਇੱਕ ਬਿਆਨ ਦਿੱਤਾ ਹੈ ਕਿ ਵੇਖੋ ਇਹ ਕੋਰਟ ਦਾ ਫੈਸਲਾ ਜਿਹੜਾ ਇਹ ਬਾਹਲਾ ਐਗਜ਼ੈਕਟ ਲਫ਼ਜ਼ ਤਾਂ ਮੈਂ ਤੁਹਾਨੂੰ ਹੁਣੇ ਪੜ੍ਹ ਕੇ, ਅੱਜ ਦੀ ਅਖਬਾਰ ਲਿਆਓ ਜੀ, ਉਹਦੇ 'ਚ ਐਗਜ਼ੈਕਟ ਲਫ਼ਜ਼ ਆ, ਮੈਂ ਪੜ੍ਹ ਕੇ ਸੁਣਾ ਦਿੰਦਾ। ਮਗਰ ਮੈਂ ਹਰਪਾਲ ਚੀਮਾ ਨੂੰ ਤੇ ਆਪਣੇ ਨੂੰ ਆਹ ਫੂਲਕਾ ਜੀ ਨੂੰ, ਆ ਉਹਨਾਂ ਦੀ ਫੋਟੋ ਹੈ, ਆ ਪੁਰਾਣੀ ਅਖਬਾਰ ਹੈ ਜੀ, ਇਹ 17/4/2019 ਕੌਂਗ ਆਪ ਡੈਲੀਗੇਸ਼ਨ ਮੀਟਸ EC ਡਿਮਾਂਡਸ ਰਿਵਿਊ ਆਫ IG's ਟ੍ਰਾਂਸਫਰ। ਤੇ ਖੜਾ ਕੌਣ ਹੈ? ਇੱਕ ਜਾਖੜ ਸਾਹਿਬ, ਪਾਰਲੀਮੈਂਟ ਇਲੈਕਸ਼ਨ, ਇਹਨਾਂ ਦੇ ਮੰਤਰੀ ਬਾਜਵਾ ਜੀ ਤੇ ਸਾਰੇ। ਦੱਸੋ ਅੱਜ ਤੁਸੀਂ ਸਾਰੇ IG ਦੀ ਪਿੱਠ ਥੱਪਤ ਪਾਉਣ ਵਾਲੇ, ਅੱਜ ਤੁਸੀਂ ਕਿਵੇਂ ਬਚ ਜਾਓਗੇ ਜੋ IG ਨੇ ਕਾਰਨਾਮਾ ਕੀਤਾ? ਕਿਉਂਕਿ ਇਨਸਾਫ ਤਾਂ ਉਹਨਾਂ ਦੀ, ਜਿਨ੍ਹਾਂ ਦੀ ਡੈਥ ਹੋਈ ਆ, ਨਾ ਉਹਨਾਂ ਨੂੰ ਮਿਲਿਆ, ਔਰ ਸੱਚ ਸਾਹਮਣੇ ਕੀ ਲਿਆਉਣਾ ਸੀ। ਤੁਹਾਡੀ ਪੋਲਿਟਿਕਸ ਜਿਹੜਾ ਕੇਜ ਪੈਰਟ ਕਰਦਾ ਸੀ, ਉਹਦਾ ਖਾਮਿਆਜਾ ਸਾਰਿਆਂ ਨੂੰ ਭੁਗਤਣਾ ਪਿਆ। ਤੁਹਾਡੇ ਸਾਹਮਣੇ ਆ ਗਈ ਕਿ ਜਿੱਥੇ ਗੱਡੀ ਖਲੋਤੀ ਸੀ ਉੱਥੇ ਖਲੋਤੀ, ਔਰ ਲੋਕ ਦੁਖੀ ਨੇ। ਐਵਰੀਬਡੀ ਵਾਂਟਸ ਕਿ ਰੀਅਲ ਕਲਪ੍ਰਿਟ ਜਿਹੜੇ ਅਸਲ ਦੋਖੀ ਨੇ ਉਹਨਾਂ ਦੇ ਚੰਗੇ ਨੇ, ਉਹਨਾਂ ਦੇ ਚਿਹਰੇ ਨੰਗੇ ਹੋਣੇ ਚਾਹੀਦੇ। ਔਰ ਮੈਂ ਅੱਜ ਫੇਰ ਠੋਕ ਕੇ ਕਹਿਣਾ, ਸੁਖਬੀਰ ਜੀ ਨੇ ਤਾਂ ਕਿਹਾ ਨਾ ਕਿ ਉਹਦਾ ਕੱਖ ਨਾ ਰਵੇ। ਮੈਂ ਕਹਿੰਦਾ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ, ਕੱਖ ਛੱਡੋ, ਉਹਦਾ ਨਾਂ ਨਿਸ਼ਾਨ ਨਾ ਰਵੇ। ਔਰ ਜਿਹੜੇ ਸਿਆਸਤ ਕਰਦੇ ਆ ਉਹਨਾਂ ਦਾ ਵੀ ਕੱਖ ਨਾ ਰਵੇ। ਕਮਾਲ ਦੀ ਗੱਲ ਹੋ ਗਈ, ਹਰ ਗੱਲ ਤੇ ਪੋਲਿਟਿਕਸ ਹੀ ਕੰਮ। ਕੈਪਟਨ ਔਰ ਅੱਜ ਸਮਝ ਆਉਂਦੀ ਹੈ ਕੈਪਟਨ ਸਾਹਿਬ ਦੀ ਮਜਬੂਰੀ ਕੀ ਹੈ। 4 ਸਾਲ ਕੋਈ ਕੰਮ ਕੀਤਾ ਹੀ ਕੋਈ ਨਹੀਂ। ਜਾਂ ਤਾਂ ਹੋਵੇ ਨਾ ਕਿਸੇ ਦੇ ਕੋਲ ਕੁਝ ਕੰਮ ਹੋਵੇ ਦੱਸਣ ਨੂੰ, ਨਾ ਕਰੋਨਾ ਕਾਲ 'ਚ ਕੋਈ ਕੰਮ, ਨਾ ਕਿਸਾਨਾਂ ਦੇ ਪ੍ਰਤੀ ਕੋਈ ਇਮਾਨਦਾਰੀ, ਨਾ ਮੁਲਾਜ਼ਮਾਂ ਪ੍ਰਤੀ, ਨਾ ਨੌਜਵਾਨ ਪ੍ਰਤੀ। ਹੁਣ ਇੱਕ ਗੱਲ ਹੀ ਰਹਿ ਗਈ, ਔਰ ਉਹ ਸਿਆਸਤ ਵੀ ਰੱਬ ਨੇ ਮੁਕਾਤੀ। ਇਹ ਜੇ ਕੋਰਟ ਦਾ ਫੈਸਲਾ ਆਇਆ ਹੈ, ਇਹ ਤੁਸੀਂ ਕੀ ਸਮਝਦੇ ਹੋ? ਇਹ ਰੱਬ ਕੱਲਾ ਇਹ ਨਟਵਰ ਲਾਲ ਆਸਤੀ ਹੈ? ਰੱਬ ਕੱਲਾ ਠੋਕੋਤਾਲੀ ਆਸਤੀ ਹੈ? ਰੱਬ ਹਰੇਕ ਲਈ ਹੈ, ਤੁਹਾਡੇ ਲਈ ਵੀ ਹੈ, ਹਰੇਕ ਲਈ ਹੈ। ਔਰ ਜੋ ਇਹ ਫੈਸਲਾ ਹੋਇਆ, ਜਿਹੜੇ ਪੋਲਿਟਿਕਸ ਕਰਦੇ ਸੀ ਉਹਨਾਂ ਨੂੰ ਮੂੰਹ ਦਿਖਾਣੀ ਅੱਜ ਪੈ ਰਹੀ ਹੈ। ਔਰ ਮੈਨੂੰ ਹੈਰਾਨਗੀ ਹੈ, ਜਿਹੜਾ ਬੰਦਾ ਅੱਜ ਮੈਂ ਪੁੱਛਣਾ ਚਾਹੁੰਦਾ
देखो अफसर तो पंजाब पुलिस से घाट कोई नहीं, काबल तो काबल अफसर, सीनियर तो सीनियर अफसर, मगर हु चोज दिस नटवर लाल? सुखी रंधावा, नवजोत सिंह सिद्धू, अपना तृप्त रजिंदर सिंह बाजवा, कैप्टन अमरिंदर सिंह, इन्हां सारिਆਂ ने ਇਹ नटवर लाल ਨੂੰ ਚੁਣਿਆ। ਤੇ नटवर लाल ਦੇ ਆ ਲਫ਼ਜ਼ ਨੇ, कहता जो चार्जशीट मैंने तैयार की है वैसी इंडिया में तो बनती ही नहीं है। वाकई गल सही है। मैं कहना वाकई रब देखो, रब वरतदा है ना, रब वसदा। इन्हें गल कदों कही है? ये तरीक है जी 19 जुलाई 20 जुलाई 2019 ते रब दे रंग वेख लो। 21 हले जुलाई आई नहीं, पहला ही सच्चे पातशाह ने मैनूं लगदा 100 साल, जिवें चीमा साहब कहिंदे सी ना कि इन्हें आख्या सी 100 साल ये चार्जशीट लोग पढ़िया करनगे, 500 साल अफसर दस्सिया करूगा सीनियर IPS अफसर दूजे अफसर नूं कि यह जी बेइज्जती ना हो जाए साडी किते कोर्ट 'च। देखो कोई हाई कोर्ट का तुसीं एक रिकॉर्ड कढ लो, हाई कोर्ट के रिकॉर्ड च मैनू नहीं लगता, मेरी तो इफ माई मैमरी वट एवर आई कैन रिकॉल, मेरी याददाश्त जिन्नी मैनू दसदी है, किसी अफसर के खिलाफ इस तरीके की टिप्पणी आ मैनूं लगता साडे सारिਆਂ चों तां तुसीं सब तो बजुर्ग बैठे हो, भार्गव साहब, भारद्वाज साहब, मैनूं लगता थोनू भी नहीं कोई चेते आउंदा होना है अफसर जाओ पिछे बैठे अज बड़े चुपचाप साडे सत्कारयोग, वो भी बड़े दविंदर जी, बड़ी दूर की गल है ना, इन्हों चेते आउंदा हुण किसी अफसर के खिलाफ एडी सख्त टिप्पणी। और मैं ला रहा सी हिसाब, मैं गिनती की 30 स्ट्रिक्चर्स हाई कोर्ट ने पास किए, 30, और किड्डी सीरीयस एलीगेशन की कहता जी इन्हें हाई कोर्ट के जज्जां नूं भी देखो उत्थे दस रहा चिट्ठी लिख रहा है, कहता उन्होंने डराउण की कोशिश करता सी जज साहब नूं, कहता 2 जज इहे जे ने जिन्हां ने एडमिनिस्ट्रेटिव साइड ते मेरी बड़ी सिफत की है। वो जज साहब कहते मैं सारा रिकॉर्ड लभ लिया, वो कित्थे लिखे वो कागज, कहता मैं वो सारा रिकॉर्ड लभ लिया, मैनू वो लभ्या नहीं। हाँ कहता कुंवर विजय प्रताप मेड रिस्पोंडेंट नंबर 3, कहता रिस्पोंडेंट नंबर 3 मेड अनसबसटेंशिएटेड एंड ऑकवर्ड क्लेम अबाउट 2 जजेस ऑफ द हाई कोर्ट। दसो, कहता मेरी एडी शिफ्ट की सी, वो कहता मैंने तो कागज नहीं लभ्या यह जा जी तेरी शिफ्ट करता। फिर उन्हें यह गल की, उन्हें एक्सप्लेनेशन कॉल कर ली है सैशन जज की कि हू द हैल इज ही, नटवर लाल कौन होंदा है एडमिनिस्ट्रेटिव साइड ते चिट्ठी लिखण वास्ते एक जज साहब नूं, कला जुडिशियल प्रोसैस नूं डिरेल करना, अपनी ताकत की दुरवरतों करना, सियासी लाहा लेना, इस एजेंडे नूं जिहदे नाल लोकां दीआं भावनावां जुड़ियां ने, लोक इंसाफ की मंग कर रहे हैं, उहदे ते सियासत करना, कहंदे किसी अधिकारी नूं ये अधिकार नहीं है, नोबडी इज अबव द लॉ। और उन्हें ये गल नूं एक बारी नहीं अनेका बारी आपदे इस इहदे च क्लैरीफाई किया। और मैनू हैरानगी हुंदी है, ये सारे अज आ बाबा आ बैठा इन्हां दा ही बाबा, वो दादूवाल, वो 16 करोड़ी बाबा, मैं कहंदा जिन्ना इस मैं आप उन्होंने फड़िया सी जी, पहला कहंदा सी ना मैं मिलिया नहीं तृप्त बाजवे नूं, फिर अगले दिन मैनूं लगदा न्यूज़ 18 तैनूं ही मन्निया सी, किहनूं मन्निया सीगा, तेरे चैनल ते भरा नपिंदर बराड़ जी बैठे है, न्यूज़ 18 च ही मन्निया, कहंदा हाँ मेरी गड्डी गई सी CM हाउस, किवें CM साहब की गड्डी का तेल मुक गया सी जिहड़ा तेरी गड्डी कल्ले नूं लोड़ पै गई उत्थे। तुसीं सारिਆਂ ने रल मिल के सारा कुछ कर लिया। हुण गोल्ड मैडल, वाकई गोल्ड मैडल तो कल्ला इहनूं ना दे दी, नाल सुखी दे गल च भी पा दी, नाल आ ठोको ताली दे भी पा दी, जिहदी तां मौज लगी उदों साडे नाल सी, हुण इधर खलो गया। हुण कप्तान नूं भी मैनूं लगदा दिन माड़े आए आ, गिनती पुट्ठी शुरू होई है, हुण ठोको ताली चली है, हुण गांह नूं मजाक बनाता यार तुसीं हर बंदे दा, बेइज्जती कराउण दा गोल्ड मैडल मतलब काहदे लई तुसीं। और मैं
ਦੇਖੋ ਅਸਤੀਫਾ ਨੌਕਰੀ ਤੋਂ ਵੀ ਦੇਣਾ ਪਿਆ, ਹਲੇ ਕੰਮ ਸ਼ੁਰੂ ਨਹੀਂ ਹੋਇਆ। ਵਕਾਲਤ ਵਾਲਾ ਉੱਥੋਂ ਵੀ ਦੇਣਾ ਪੈ ਗਿਆ ਇੱਕ ਪਾਸਿਓ, ਮਤਲਬ ਹਲੇ ਤਾਂ ਕੰਮ ਸ਼ੁਰੂ ਨਹੀਂ ਹੋਇਆ। ਉਹ ਇੱਕ ਮੈਂ ਵਕੀਲ ਸਾਹਿਬ ਦੀ, ਮੈਂ ਤਾਂ ਚੀਮਾ ਸਾਹਿਬ ਹੀ ਅੱਜ ਦੱਸ ਰਹੇ ਸੀ, ਕੀ ਨਾਂ ਉਹਨਾਂ ਦਾ, ਹਾਂਜੀ ਸਿੱਧੂ ਸਾਹਿਬ, ਉਹ ਕਹਿ ਰਹੇ ਸੀ ਕਿ ਦੱਸੋ ਇਹ ਲੱਗਦਾ ਸਾਡੇ ਵਿੱਚ ਤਾਂ ਆ ਗਿਆ ਕਿ ਇਹਨੇ ਆਪਦੀ ਅੱਗੇ ਜਾਨ ਬਚਾਉਣੀ। ਮੈਂ ਅੱਜ ਵੀ ਕਹਿਣਾ, ਜੇ ਕਾਰਵਾਈ ਕੱਲੀ ਆ ਨਟਵਰ ਲਾਲ ਤੇ ਕੀਤੀ ਤੇ ਜਿਨ੍ਹਾਂ ਨੇ ਇਸ ਭਾਵਨਾ ਨਾਲ ਖੇਡਿਆ, ਜੇ ਉਹ ਛੱਡਤੇ ਤਾਂ ਵੀ ਇਨਸਾਫ ਨਹੀਂ ਹੋਊਗਾ, ਸੱਚ ਸਾਹਮਣੇ ਨਹੀਂ ਆਊਗਾ। ਕਿਉਂਕਿ ਚਾਰਜ ਸ਼ੀਟ ਨਟਵਰ ਲਾਲ ਦੀ ਤਿਆਰ ਕੀਤੀ ਨਹੀਂ, ਉਹਨੇ ਤਾਂ ਘੁੱਗੀ ਮਾਰ ਕੇ ਦਿੱਤੀ ਆ। ਨਾਲ ਉਹਦੇ ਜਿਹੜੇ ਇਸ ਕੰਮ 'ਚ ਸ਼ਾਮਲ ਸੀ ਆ ਬਾਬੇ, ਆ ਡਰਾਮੇ ਵਾਲੇ 16 ਕਰੋੜੀ ਬਾਬਾ ਦਾਦੂਵਾਲ, ਜਿਹੜਾ ਪ੍ਰਧਾਨ ਕਿਵੇਂ ਬਣ ਗਿਆ, ਕੋਆਪਟ ਕੀਤਾ ਇਹਨੂੰ ਕਾਂਗਰਸ ਨੇ, ਪ੍ਰਧਾਨ ਬਣਾਇਆ ਭਾਜਪਾ ਨੇ, ਨਹੀਂ ਤਾਂ ਇਹ ਕਿਤੋਂ ਪ੍ਰਧਾਨ ਬਣਦਾ ਸੀ। ਇਹ ਤੇ ਨਾਲ ਆ ਤੇ ਵਜ਼ੀਰ, 4-5 ਵਜ਼ੀਰ ਤੇ ਇਹਨਾਂ ਦੇ ਕਪਤਾਨ। ਇਸ ਲਈ ਮੇਰੀ ਤੁਹਾਨੂੰ ਬੇਨਤੀ ਆ ਇਹਨਾਂ ਸਾਰਿਆਂ ਨੂੰ ਕਿ ਆ ਕਿਰਪਾ ਕਰੋ, ਜਿਹੜੀ ਤੁਸੀਂ ਪੋਲੀਟਿਕਸ ਕਰਨੀ ਹੈ 100 ਵਾਰੀ ਕਰ ਲਿਓ। ਮੈਨੂੰ ਪਤਾ ਤੁਹਾਨੂੰ ਫੋਬੀਆ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ, ਉਹ ਭੂਤ ਜਿਹਾ ਤੁਹਾਡੇ ਮਨ 'ਚੋਂ ਲੱਥਣਾ ਨਹੀਂ। ਤੁਹਾਨੂੰ ਸਾਡਾ ਹੀ ਡਰ ਸਤਾਉਂਦਾ। ਤੁਸੀਂ ਲੋਕਾਂ ਦੀ ਚਿੰਤਾ ਕਰ ਲਓ, ਕਿਸਾਨਾਂ ਦੀ ਚਿੰਤਾ ਕਰ ਲਓ, ਕਰੋਨਾ ਨਾਲ ਪੀੜਤ ਜੇ ਸਾਡੇ MLA ਦੇ ਆਖੇ ਲੋਕਾਂ ਨੂੰ ਮੰਜੇ ਬਿਸਤਰੇ ਨਹੀਂ ਮਿਲ ਰਹੇ ਹਸਪਤਾਲਾਂ 'ਚ, ਤੁਸੀਂ ਸਧਾਰਨ ਬੰਦੇ ਦਾ ਹਾਲ ਵੇਖ ਲਓ ਕੀ ਬਣਿਆ ਪਿਆ ਹੋਣਾ। ਚੀਕਾਂ ਕਰ ਨਿਕਲ ਗਈਆਂ ਲੋਕਾਂ ਦੀਆਂ। ਲੋਕਾਂ ਦੇ ਦਰਦ ਨੂੰ ਮਹਿਸੂਸ ਕਰੋ, ਲੋਕਾਂ ਦੀਆਂ ਮੁਸ਼ਕਲਾਤਾਂ ਨੂੰ ਸਮਝੋ ਔਰ ਉਸ ਵੱਲ ਸੁਚੇਤ ਹੋ। ਜੇ ਸਰਕਾਰ ਨੂੰ ਘੇਰਨਾ, ਪਹਿਲਾਂ ਤੁਸੀਂ 4 ਸਾਲ ਹੋ ਗਏ ਤੁਹਾਨੂੰ ਆ ਡਰਾਮਾ ਰਚਦਿਆਂ ਨੂੰ, ਤੁਸੀਂ ਰਚੀ ਜਾਓ ਜਿੰਨਾ ਚਿਰ ਰਚਣਾ, ਮਗਰ ਰੱਬ ਅੱਗੇ ਉੱਤੇ ਵਸਦਾ। ਰੱਬ ਨੇ, ਸੱਚੇ ਪਾਤਸ਼ਾਹ ਨੇ ਸੱਚ ਸਾਹਮਣੇ ਲਿਆਉਣਾ ਹੀ ਲਿਆਉਣਾ। ਮਗਰ ਕੋਈ ਕਵੇ ਕਿ ਆ ਕਲਯੁਗੀ ਜੀ ਗੁਰੂ ਸਾਹਿਬ ਨਾਲ ਇਨਸਾਫ ਕਰ ਦੇਣਗੇ, ਇਹਨਾਂ ਨੇ ਕੌਣ ਹੁੰਦੇ ਇਨਸਾਫ ਕਰਨ ਵਾਲੇ? ਉਹਨੇ ਪਾਤਸ਼ਾਹ ਨੇ ਆਪ ਸਭ ਕੁਝ ਕਲਾ ਉਹਦੀ ਵਰਤਣੀ ਹੈ। ਮਗਰ ਤੁਸੀਂ ਆਪ ਦੀ ਜੋ ਜ਼ਿੰਮੇਵਾਰੀ ਮਿਲੀ ਆ ਉਹਨੂੰ ਬਖੂਬੀ ਨਿਭਾਉਣ ਦਾ ਕੰਮ ਕਰੋ। ਔਰ ਮੈਂ ਇੱਕ ਬੇਨਤੀ ਕਰੂੰਗਾ ਕਿ ਨਾਲੇ ਤਾਂ ਇਹਨੂੰ 골ਡ ਮੈਡਲ ਦੇ ਦਿਓ, ਭਾਵੇਂ ਜੋ ਮੈਂ, ਤੂੰ ਤਾਂ ਉਹ ਬਾਬੇ ਦਾ ਤਾਂ ਫਰਜ਼ ਵੀ ਬਣਦਾ, ਜਿੰਨੇ ਨੋਟ ਇਹਨੂੰ ਜੁੜ ਗਏ ਬਾਬੇ ਨੂੰ ਇਹਦੇ ਚੱਕਰ 'ਚ, ਇਹ 골ਡ ਮੈਡਲ ਕੀ ਨਾਲ ਹੀਰੇ ਦਾ ਵੀ ਪਾ ਦੇਵੇ ਤਾਂ ਵੀ ਘਾਟੇ ਤੋਂ ਫਿਰ ਵੀ ਬਚਤ ਹੋ ਜਾਣੀ ਹੈ। ਮਗਰ ਇਹ ਜ਼ਰੂਰ ਕਰੋ ਨਾਲ ਕਿ ਜਿਹੜਾ ਇਹ ਜਾਂ ਅੱਜ ਜੋ ਮਾਹੌਲ ਬਣਿਆ ਪਿਆ ਉਹਦੀ ਚਿੰਤਾ ਇਹ ਜ਼ਰੂਰ ਕਰਨ। ਔਰ ਜਿਹੜੀ ਦੂਜੀ ਗੱਲ ਹੈ ਜਿਹੜੀ ਜੱਜ ਸਾਹਿਬ ਨੇ ਕਹੀ ਹੈ ਕਿ ਇਹਨੂੰ ਇੱਕ ਨਾਲੇ ਫਿਲਮ ਦਾ ਵੀ ਕੋਈ ਦੇ ਦਿਓ, ਕੋਈ ਫਿਲਮ ਬਣਾਉਣੀ ਹੋਵੇ ਨਾ, ਜਿਹੜਾ ਅਕਸ਼ੇ ਕੁਮਾਰ ਕੀ ਤੇ ਢੀਂਗੜਾ ਕੀ, ਤੇ ਮਤਲਬ ਵੇਖੋ ਵਾਹੀਆਤ ਸੋਚ ਦੀ ਵੀ ਹੱਦਾਂ ਹੀ ਟੱਪ ਗਈਆਂ। ਔਰ ਇੱਕੋ ਬਾਰ-ਬਾਰ ਕਹਿੰਦਾ ਸੀ ਆ ਠੋਕੋ ਤਾਲੀ, ਇਹਨੂੰ ਪਤਾ ਹੀ ਕੱਖ ਨਹੀਂ ਲੱਗਦਾ। ਕੀ ਕਹਿੰਦਾ ਜੀ ਬਾਦਲ ਸਾਹਿਬ ਨਾਲ 20 ਵਾਰੀ ਗੱਲ ਹੋਈ ਹੈ। ਮਾਮਾ ਜਦ ਗੱਲ ਹੋਈ ਸੀ ਤੇਰੀ ਤਾਂ ਘਰ ਦੀ ਆਪ CPS ਸੀ, ਤੂੰ ਤਾਂ ਆਪ ਜ਼ਿੰਮੇਵਾਰ ਸੀ। ਔਰ ਮੈਨੂੰ ਹੈਰਾਨਗੀ ਆਉਂਦੀ ਹੈ, ਮੈਂ ਕਦੇ ਕਹਿੰਦਾ ਨਹੀਂ ਕਿਸੇ ਦੇ ਉਲਟ। ਆ ਕੱਲ ਮੈਂ ਵੇਖ ਰਿਹਾ ਸੀ, ਵੇਖੋ ਪੋਲੀਟਿਕਸ ਕਰਨੀ ਆਪ ਦੀ ਕਰੋ, ਕੋਈ ਨਹੀਂ ਰੋਕ ਸਕਦਾ ਤੁਹਾਨੂੰ ਆਪ ਦੀ ਪੋਲੀਟਿਕਸ ਕਰਨ ਤੋਂ, ਜੀ ਸੱਦ ਕੇ ਕਰੋ, ਤੁਹਾਡਾ ਫਰਜ਼ ਬਣਦਾ ਪੋਲੀਟਿਕਸ ਕਰਨਾ। ਮਗਰ ਕੁਝ ਲੋਕ ਆ ਕੱਲ ਕਹਿ ਰਹੇ ਸੀ ਜੀ ਪੰਥਕ ਕੱਟ ਹੋ ਰਿਹਾ। ਪੰਥਕ ਕੱਟ 'ਚ ਕੌਣ ਹੈ? ਖਹਿਰਾ ਸਾਹਿਬ। ਖਹਿਰਾ ਸਾਹਿਬ ਦਾ ਭਾਈਆ ਕੌਣ ਹੈ? ਰਣਜੀਤ ਸਿੰਘ। ਤੇ ਖਹਿਰਾ ਸਾਹਿਬ ਦਾ ਅਸਤੀਫਾ ਅਜੇ ਤੱਕ ਪ੍ਰਵਾਨ ਕਿਉਂ ਨਹੀਂ ਹੋਇਆ? ਭਾਈਆ ਰਣਜੀਤ ਸਿੰਘ ਕਰਕੇ। ਖਹਿਰਾ ਸਾਹਿਬ ਦੀ ਜਿਹੜੀ ਭਨੇਵੀ ਆ, ਮੈਨੂੰ ਕਹਿਣਾ ਨਹੀਂ ਚਾਹੀਦਾ, ਇਹ ਜੀ ਪੁੱਠੀ ਸਿੱਧੀ ਝੂਠ ਸੱਚ ਲਿਖਣ ਕਰਕੇ ਤਾਂ ਉਹਨੂੰ ਐਡਵੋਕੇਟ ਜਨਰਲ ਦੇ ਦਫ਼ਤਰ 'ਚ ਲਾਤਾ, ਸਿਮਰਨ ਕੌਰ ਨੂੰ, ਸਾਡੀ ਭੈਣ ਨੂੰ। ਮਤਲਬ ਤੁਸੀਂ ਹਰ ਗੱਲ ਤੇ ਸਿਆਸਤ। ਔਰ ਜੇ ਅਸਤੀਫਾ ਇਹਦਾ ਤਾਂ ਇਕੱਲਾ ਇਸ ਲਈ ਨਹੀਂ ਪ੍ਰਵਾਨ ਹੋਇਆ ਕਿਉਂਕਿ ਕਪਤਾਨ ਨਾਲ ਇਹਨੇ ਮੁਕਾਤੀ ਹੈ ਆ ਭਾਈਆ ਰਣਜੀਤ ਸਿੰਘ ਨੇ, ਉਹ ਤੁਸੀਂ ਕਿਰਪਾ ਕਰੋ। ਔਰ ਦੂਜਾ ਇੱਕ ਉਹਦੇ 'ਚ ਸਾਡੇ ਵਾਲਾ ਇੱਕ ਸਰਦਾਰ ਸਾਹਿਬ ਰਲੇ ਆ, ਚਲੋ ਮੇਰੇ ਤਾਂ ਸਤਿਕਾਰਯੋਗ ਨੇ, ਮੈਂ ਕੀ ਕਹਿਣਾ, ਮਗਰ ਉਹਨਾਂ ਨੂੰ ਇਹ ਪੁੱਛ ਲਿਓ ਕਿ ਤੁਸੀਂ ਕਿੱਥੇ ਸੀ ਉਦੋਂ, ਤੁਹਾਡੀ ਵੀ ਰਿਸਪੌਂਸਿਬਿਲਿਟੀ ਬਰਾਬਰ ਦੀ ਸੀ। ਇਸ ਲਈ ਹਰ ਗੱਲ ਦੀ ਪੋਲੀਟਿਕਸ ਕੱਲੀ ਵੋਟਾਂ ਤੱਕ ਸੀਮਿਤ ਰਹਿ ਗਈ ਹੈ ਸਾਰੀ ਗੱਲ। ਕੋਈ ਸੱਚਾਈ, ਕੋਈ ਇਨਸਾਫ। ਉਹਨਾਂ ਨੌਜਵਾਨਾਂ ਨੂੰ 2 ਜਿਨ੍ਹਾਂ ਦੇ ਡੈਥ ਹੋਈ ਆ ਉਹਨਾਂ ਨੂੰ 11 ਬੰਦੇ ਚਾਰਜ, ਕਹਿੰਦਾ ਅਣਪਛਾਤਿਆਂ 'ਚ ਚਾਰਜ ਸ਼ੀਟ ਕਰਤੀ, ਜਨਤਕ ਕਰ ਦੋ ਪੇਪਰ। ਟੈਲ ਦਿਸ ਇਡੀਅਟ ਦੈਟ ਜਿਹੜਾ ਕਾਗਜ਼ ਕੋਰਟ 'ਚ ਚਲੇ ਜਾਂਦਾ ਹੈ ਉਹ ਜਨਤਕ ਹੀ ਹੁੰਦਾ। ਐਂਡ ਉਹਦੇ 'ਚ ਅਣਪਛਾਤੇ ਨਹੀਂ 11 ਬੰਦੇ ਸੀ, 7 ਕੱਢਤੇ ਕਪਤਾਨ ਨੇ ਤੁਹਾਡੇ ਨੇ, ਆ ਨਟਵਰ ਲਾਲ ਨੇ, ਇਹ ਨਹੀਂ ਮਾਰਨੀ ਸੀ ਘੁੱਗੀ। ਇਸ ਲਈ ਇਹ ਸਿਆਸੀਕਰਨ ਨਾ ਹੋਵੇ।
ਸੱਚਾਈ ਸਾਹਮਣੇ ਆਵੇ ਔਰ ਗਵਰਨੈਂਸ ਵੱਲ ਜੋ ਲੋਕਾਂ ਦੀ ਅੱਜ ਦੀਆਂ ਮੁਸ਼ਕਲਾਤਾਂ ਨੇ ਉਹਦੇ ਵੱਲ ਧਿਆਨ ਦਿੱਤਾ ਜਾਵੇ। ਤੁਸੀਂ ਕੋਈ ਸਵਾਲ ਪੁੱਛਣਾ ਤੇ ਦੱਸ ਦਿਓ ਜੀ। ਇੱਕ ਨਾ ਜੀ ਰਿਜ਼ਾਈਨ ਤੇ ਵੋਲੰਟਰੀਲੀ ਰਿਟਾਇਰਮੈਂਟ 'ਚ ਬੜਾ ਫਰਕ ਹੈ। ਇਹਨਾਂ ਨੇ ਵੋਲੰਟਰੀ ਰਿਟਾਇਰਮੈਂਟ ਲਈ ਹੈ ਕਿਉਂਕਿ ਇਹਨਾਂ ਨੂੰ ਵੀ ਪਤਾ ਮੈਂ ਡੀਜੀਪੀ ਜੋ ਇਹਨਾਂ ਦੀ ਮੈਨੂੰ ਜੋ ਪੁਲਿਸ ਵਾਲੇ ਕਈ ਵੀਰ ਦੱਸਦੇ ਕਿ ਇਹ ਡੀਜੀਪੀ ਨਹੀਂ ਬਣ ਸਕਦਾ ਸੀ, ਇਹਦੀ ਸੀਨੀਅਰਟੀ ਨਹੀਂ ਕਦੇ ਬਣਨੀ ਸੀ, ਇਹਨੇ ਵੱਧ ਤੋਂ ਵੱਧ ਆਈਜੀ ਰਹਿਣਾ ਸੀ, ਹੁਣ ਆਈਜੀ ਤੋਂ ਬਾਅਦ ਏਡੀਜੀਪੀ ਤੱਕ ਪਹੁੰਚਣਾ ਸੀ, ਗਾਂ ਨਹੀਂ ਕੱਢੀ ਜਾਣੀ ਸੀ। ਮਗਰ ਤੁਸੀਂ ਚਲੋ ਤੁਹਾਡੀ ਮਰਜ਼ੀ ਹੈ, ਤੁਸੀਂ ਵੋਲੰਟਰੀ ਰਿਟਾਇਰਮੈਂਟ ਤੁਹਾਡਾ ਹੱਕ ਹੈ, ਤੁਸੀਂ ਲੈ ਸਕਦੇ ਹੋ, ਲਓ ਜੀ ਸਦਕੇ ਲਓ। ਮਗਰ ਜਿਹੜਾ ਤੁਸੀਂ ਅੱਜ ਇਹ ਜਾਂਚ ਦਾ ਜੋ ਜ਼ਿੰਮੇਵਾਰੀ ਤੁਹਾਨੂੰ ਮਿਲੀ ਸੀ, ਉਹ ਜ਼ਿੰਮੇਵਾਰੀ ਦਾ ਇਹ ਸਰਕਾਰ ਨੇ ਜੋ ਬੇੜਾ ਗਰਕ ਕੀਤਾ। ਮੈਂ ਤਾਂ ਇੱਕ ਗੱਲ ਨੈਕਸਟ ਸਟੈਪ ਜਾਊਂਗਾ, ਰਿਜ਼ਾਈਨ ਇਹ ਇਕੱਲਾ ਨਾ ਕਰੇ। ਰਿਜ਼ਾਈਨ ਤਾਂ ਇਹ ਚਲੋ ਠੋਕੋ ਤਾਲੀ ਦਾ ਤਾਂ ਹੋ ਗਿਆ, ਇਹ ਬਾਕੀ ਵੀ ਕਰਨ। ਇਹ ਵਜ਼ੀਰ ਜਿਹੜੇ ਸੀਗੇ ਜਿਹੜੇ ਉੱਠ ਮਾਰਦੇ, ਇਹ ਨਾਲ ਹੀ ਹਰਪਾਲ ਚੀਮਾ ਜਿਹੜਾ ਰਲਿਆ ਸੀ, ਇਹ ਆਪ ਵਾਲੇ ਨਾਲ ਰਲੇ ਸੀ ਇਸ ਕੰਮ 'ਚ, ਇਹ ਸਾਰਿਆਂ ਦਾ ਰੈਜ਼ਿਗਨੇਸ਼ਨ ਲਓ। ਬਿਕੋਜ਼ ਇਹਨਾਂ ਨੇ ਤਾਂ ਕੱਲੀ ਪੋਲਿਟਿਕਸ ਵੱਲ ਜ਼ੋਰ ਰੱਖਿਆ, ਨਾਟ ਟੂਵਰਡਸ ਦ ਟਰੂਥ, ਸੱਚਾਈ ਵੱਲ ਕਿਸੇ ਦਾ ਧਿਆਨ ਨਹੀਂ। ਔਰ ਜਿੰਨੀ ਮਰਜ਼ੀ ਇਹ ਪੋਲਿਟਿਕਸ ਖੇਡ ਲੈਣ, ਉਹ ਮੇਰਾ ਪਾਤਸ਼ਾਹ ਫੇਰ ਵਰਤੂ। ਇੱਕ ਵਾਰੀ ਖੇਡਣਗੇ ਆ ਸੱਚ ਇਹਨਾਂ ਦਾ ਸਾਹਮਣੇ ਲਿਆ, ਜੇ ਦੂਜੀ ਵਾਰੀ ਫੇਰ ਸਿਆਸਤ ਕਰਨਗੇ ਗੁਰੂ ਫੇਰ ਸੱਚਾਈ ਸਾਹਮਣੇ ਰੱਖੂ। ਇਹ ਨਾ ਸਮਝੇ ਕੋਈ ਕਿ ਅਸੀਂ ਇਸ ਮੁੱਦੇ ਤੇ ਪੋਲਿਟਿਕਸ ਕਰਕੇ 4 ਵੋਟਾਂ ਬਟੋਰ ਕੇ ਪਾਰ ਜਾਵਾਂਗੇ। ਕੁਝ ਮੰਤਰੀ ਜਿਹੜੇ ਨੇ, ਚਾਹੇ ਸੁਖਜਿੰਦਰ ਰੰਧਾਵਾ ਹੋਣ, ਚਾਹੇ ਡਾਕਟਰ ਸਿੱਧੂ ਜਾਂ ਦੂਜੇ ਹੋਣ, ਇਹ ਸਾਰੇ ਰਲੇ ਮਿਲੇ ਸੀ। ਪਿਛਲੇ ਦਿਨਾਂ ਵਿੱਚ ਸੁਖਜਿੰਦਰ ਰੰਧਾਵਾ ਨੇ ਦਾਅਵਾ ਕੀਤਾ, ਉਹ ਕਹਿੰਦੇ ਮੈਨੂੰ ਤਾਂ ਸਾਲ ਹੋ ਗਿਆ, ਨਾ ਮੈਂ ਉਹਨੂੰ ਮਿਲਿਆ, ਨਾ ਮੈਂ ਕਦੇ ਉਹਦੇ ਨਾਲ ਫੋਨ ਤੇ ਵੀ ਗੱਲ ਕੀਤੀ, ਉਹਨੇ ਮੇਰੀ ਕਾਲ ਤੇ ਕਢਾਉ। ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿਆਂ, ਉਹਨੇ ਸਾਡੀ ਸੁਣਦਾ ਹੀ ਨਹੀਂ ਸੀ। ਉਹ ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਸੁਖਜਿੰਦਰ ਰੰਧਾਵਾ ਨੂੰ 2-3 ਗੱਲਾਂ ਹੀ ਪੁੱਛ ਲਿਓ। ਜਦੋਂ ਇਹ ਤੂੰ SIT ਦਾ ਮੈਂਬਰ ਹੈ ਮਮਾ, ਆਰ ਯੂ ਅ ਮੈਂਬਰ ਆਫ ਦੀ SIT? ਤੂੰ ਮੀਟਿੰਗ ਕਰਨ ਕੀ ਜਾਂਦਾ ਸੀ? ਤੇਰੇ ਕੋਲ ਕੀ ਅਥਾਰਟੀ ਹੈ? SIT ਬਣਾਈ ਹੈ ਕਿ ਸੱਚ ਸਾਹਮਣੇ ਲਿਆਵੇ ਔਰ ਸੱਚ ਸਾਹਮਣੇ ਲਿਆ ਕੇ ਚਲਾਨ ਪੇਸ਼ ਕਰੇ। ਇਹ ਮੀਟਿੰਗ ਕਿਹੜੀ ਗੱਲ ਦੀ ਕਰਦਾ ਸੀ SIT ਨਾਲ? ਇਹ ਹੈਗਾ ਕਾਰਪੋਰੇਸ਼ਨ ਦਾ ਮਿਨਿਸਟਰ, ਜੇਲ੍ਹਾਂ ਦਾ ਮਿਨਿਸਟਰ। ਤੇਰੇ ਭਰਾ ਜੱਗੂ ਭਗਵਾਨਪੁਰੀ ਅੰਸਾਰੀ ਵਰਗੇ ਤਾਂ ਤੇਰੇ ਤੋਂ ਸਾਂਭੇ ਨਹੀਂ ਜਾਂਦੇ, ਉਹਨਾਂ ਨੂੰ ਤਾਂ ਤੂੰ ਭੂਏ ਚੜਾਇਆ, ਲੋਕਾਂ ਨੂੰ ਉਹਨਾਂ ਨੇ ਕਰ ਫਰੌਤੀਆਂ ਐਸੀ ਤੈਸੀ ਫੇਰੀ ਪਈ ਆ, ਤੇ ਤੂੰ ਆਪ ਦਾ ਕੰਮ ਤੇਰੇ ਤੋਂ ਹੁੰਦਾ ਨਹੀਂ। ਤੂੰ ਇਹਨੂੰ ਕਿਹੜੀ ਸਲਾਹ ਦਿੰਦਾ? ਸਲਾਹ ਕੱਲੀ ਇੰਨੀ ਕੁ ਦਿੰਦਾ ਸੀ, ਉਹ ਆਪਾਂ ਨੂੰ ਸੱਚ ਸੋਚਦਾ ਕੋਈ ਨਹੀਂ। ਇਹਦੇ 'ਚ ਸ਼੍ਰੋਮਣੀ ਅਕਾਲੀ ਦਲ ਰਗੜ ਦਿਓ ਜਿਵੇਂ ਮਰਜ਼ੀ ਰਗੜ ਦਿਓ। ਔਰ ਵੇਖੋ ਤੁਸੀਂ, ਲੁੱਕ ਐਟ ਦ ਡਮ ਹੈਡਡ ਸਮ ਆਫ ਥੀਸ ਲੀਡਰਸ, ਮਤਲਬ ਐਡੇ ਕਮਲੇ ਨੇ, ਬੇਵਕੂਫ ਨੇ, ਅਕਲ ਤੋਂ ਪੈਦਲ ਨੇ। ਕਹਿੰਦੇ ਜੀ 20 ਵਾਰੀ ਗੱਲ ਹੋਈ ਆ, ਸੁਪਰੀਮ ਕੋਰਟ ਦਾ ਆਰਡਰ ਹੈ ਜੀ ਇਹ ਬਿਫੋਰ ਦਿਸ ਆਰਡਰ, ਮਤਲਬ ਇਹਦੇ 'ਚ ਆਈ ਥਿੰਕ ਕੋਰਟ ਵੀ ਹੋਇਆ, ਕੋਈ ਚਿਦੰਬਰਮ ਸਾਹਿਬ ਦਾ ਕੇਸ ਸੀ, ਇੱਕ ਅਰਨਬ ਗੋਸਵਾਮੀ ਦਾ ਕੇਸ ਸੀ, ਉਹ ਵੀ ਕੋਰਟ ਹੋਇਆ ਕਿ ਫੋਨ ਤੇ ਗੱਲ ਕਰਨੀ ਇੱਕ ਜ਼ਿੰਮੇਵਾਰੀ ਹੈ। ਔਰ ਜੇ ਤੁਸੀਂ ਇਸ ਤਰ੍ਹਾਂ ਇਹਨੂੰ ਅਜ਼ਿਊਮ ਕਰਨ ਲੱਗ ਗਏ ਵਿਦਆਊਟ ਐਨੀ ਫੈਕਟਸ ਔਰ ਬੇਸਿਸ, ਫਿਰ ਤਾਂ ਹਰ ਮੰਤਰੀ ਤੇ ਹਰ ਚੀਫ ਮਿਨਿਸਟਰ ਕੱਲ ਕ੍ਰਿਮੀਨਲ ਐਕਸ਼ਨ ਲਈ ਲਾਇਬਲ ਹੋਊਗਾ। ਔਰ ਇਹ ਸੁਪਰੀਮ ਕੋਰਟ ਨੇ ਪਹਿਲਾਂ ਵੀ ਫੈਸਲਾ ਕੀਤਾ ਹੋਇਆ ਕਿ ਟਾਕਿੰਗ ਔਨ ਦ ਟੈਲੀਫੋਨ ਇਜ਼ ਨਾਟ ਕੋਈ ਗੁਨਾਹ। ਦੇਖੋ ਰਿਸਪੌਂਸਿਬਿਲਿਟੀ ਹੈ ਸਾਡੀ, ਸਭ ਦੀ ਬਣਦੀ ਹੈ। ਕੱਲ ਸਾਡੇ ਇਲਾਕੇ 'ਚ ਕੋਈ ਗੱਲ ਵਾਪਰੀ ਤੇ ਅਸੀਂ ਗੱਲ ਨਹੀਂ ਕਰਾਂਗੇ, ਪੁੱਛਾਂਗੇ ਨਹੀਂ ਉਸ ਨੂੰ ਕੱਲਾ ਬਿਕੋਜ਼ ਇਟ ਸੂਟਡ ਯੋਰ ਪੋਲਿਟਿਕਸ ਤੁਸੀਂ ਉਹਨੂੰ ਰੰਗਤ ਦੇਤੀ। ਮਤਲਬ ਇਸ ਹੱਦ ਤੱਕ ਗਿਰ ਗਏ ਹੋ। ਸੱਚਾਈ ਲਿਆਓ ਸਾਹਮਣੇ। ਵੀ ਆਰ ਇਨ ਸਪੋਰਟ ਆਫ ਯੂ। ਮਗਰ ਜਿਹੜਾ ਸਿਆਸਤ ਕਰੂਗਾ ਉਹ ਅੱਜ ਵੀ ਫੇਲ, ਕੱਲ ਵੀ ਫੇਰ, ਪਾ ਵੀ ਫੇਲ। ਬਾਦਲ ਨੇ ਕਿਹਾ ਸੀਗਾ ਕਿ ਜਿਸ ਤਰ੍ਹਾਂ ਦਾ ਵਿਜੇ ਪ੍ਰਤਾਪ ਨੂੰ ਲੈ ਕੇ ਜਿਸ ਤਰ੍ਹਾਂ ਦੇ ਉਹਨੇ ਬਿਆਨ ਦਿੱਤੇ ਨੇ, ਕਹਿੰਦੇ ਸੀ ਕਿ ਡੈਫਾਮੇਸ਼ਨ ਦਾ ਕੇਸ ਅਸੀਂ ਕਰਾਂਗੇ। ਕੀ ਅੱਜ ਵੀ ਉਹੀ ਕਹਿਣਾ ਕਿ ਵਾਕਈ ਤੁਸੀਂ ਕਰ ਰਹੇ? ਦੇਖੋ ਮੈਂ ਆਪ ਹੀ ਸੁਖਬੀਰ ਜੀ ਨੂੰ ਬੇਨਤੀ ਕਰ ਦੂੰ ਕਿ ਇਹ ਤੇ ਤਰਸ ਕਰੋ, ਇਹ ਕੋਈ ਕਸਰ ਰਹਿ ਗਈ ਹਲੇ?
ਇਹ ਤਾਂ ਹਾਈ ਕੋਰਟ ਦੇ ਫੈਸਲੇ ਤੋਂ ਪਹਿਲਾਂ ਪਤਾ ਨਹੀਂ ਸੁਖਬੀਰ ਜੀ ਨੇ ਕਹਿਤਾ ਸੀ, ਉਹ ਤਾਂ ਮੈਨੂੰ ਲੱਗਦਾ ਰੱਬ 'ਚ ਵਰਤਣਾ ਨਹੀਂ ਚਾਹੀਦਾ, ਮਗਰ ਇਹ ਤੋਂ ਮਤਲਬ ਹੋਰ ਕੀ ਹੋ ਸਕਦੀ ਕਿਸੇ ਅਫਸਰ ਨਾਲ। ਔਰ ਵੇਖੋ ਇੱਕ ਹੋਰ ਆਰਡਰ ਉਹਦੇ 'ਚ, ਹੀ ਇਜ਼ ਦੀ ਓਨਲੀ ਆਫਿਸਰ ਇਨ ਦਾ ਹਿਸਟਰੀ ਆਫ ਪੰਜਾਬ ਦੇ ਇਤਿਹਾਸ 'ਚ ਇਸ ਲੈਵਲ ਦਾ ਕੱਲਾ ਅਫਸਰ ਹੋਣਾ ਜਿਹਨੂੰ ਉਸ ਵਕਤ ਦੀ ਡਿਵੀਜ਼ਨ ਬੈਂਚ ਨੇ, ਜੋ ਅੱਜ ਸੁਪਰੀਮ ਕੋਰਟ ਦੇ ਆਲਾ ਜੱਜ ਨੇ ਸੰਜੇ ਕਿਸ਼ਨ ਕੌਲ ਜੀ ਨੇ, ਉਹਨਾਂ ਨੇ ਇਹਦੀ ਸਖਤ ਤਾੜਨਾ ਕਰਦੇ ਹੋਏ ਇਹਨੂੰ ਕਿਹਾ ਅਸਲ 'ਚ ਤਾਂ ਤੇਰੇ ਤੇ ਕੇਸ ਬਣਦਾ, ਮਗਰ ਤੇਰੀ ਆ ਵਰਦੀ ਦੇ ਕਰਕੇ ਆ ਜਿਹੜੀ ਨਲਾਇਕੀ ਤੂੰ ਉਸ ਕੇਸ 'ਚ ਕੀਤੀ ਆ, ਸਿਵਲ ਰਿਟ ਪਟੀਸ਼ਨ 20199 ਆਫ 2010, ਜਿਹਨੂੰ ਤੁਸੀਂ ਸਿਵਲ ਮੈਟਰ ਨੂੰ ਇਹਨੇ ਕ੍ਰਿਮੀਨਲ ਦੀ ਰੰਗਤ ਦਿੱਤੀ, ਉਹਦੇ ਤੇ ਇਹਨੂੰ ਛੱਡਿਆ ਤਾਂ ਕਿ ਇੱਕ 5000 ਰੁਪਏ ਜੁਰਮਾਨਾ ਤੇ ਮਾਫੀ। ਤੁਹਾਨੂੰ ਕੋਈ ਚੇਤੇ ਆਉਂਦਾ ਅਫਸਰ ਜਿਹਨੂੰ 5000 ਰੁਪਏ ਜੁਰਮਾਨਾ ਲੱਗਿਆ ਹੋਵੇ? ਮਤਲਬ ਐਡਾ ਨਲਾਇਕ ਬੰਦਾ ਐਡੇ ਸੈਂਸਿਟਿਵ ਮੁੱਦੇ ਤੇ ਲਾ ਕੇ ਕੱਲਾ ਪੋਲਿਟਿਕਸ ਕੀਤੀ। ਔਰ ਦੇਖੋ ਇੱਕ ਵਾਰੀ ਨਹੀਂ, ਇਹ ਵੀ ਤੁਹਾਨੂੰ ਪਤਾ ਜਿਹੜੇ ਪ੍ਰੋਫੈਸ਼ਨਲ ਅਫਸਰ ਹੁੰਦੇ ਆ ਉਹ ਆਪ ਦਾ ਕੰਮ ਕਰਦੇ ਆ ਐਨ ਆਪ ਦਾ ਚਲਾਨ ਪੇਸ਼ ਕਰਦੇ ਆ ਔਰ ਫਿਰ ਕੋਰਟ ਫੈਸਲਾ ਕਰਦੀ ਹੈ, ਮਗਰ ਕੋਰਟ ਦਾ ਫੈਸਲਾ ਚਲਾਨ ਪੇਸ਼ ਕਰਨ ਤੋਂ ਪਹਿਲਾਂ ਜੱਜਾਂ ਨੂੰ ਡਰਾਉਣਾ, ਜੱਜਾਂ ਤੇ ਆਪ ਦੀ ਪੋਜੀਸ਼ਨ ਦੀ ਦੁਰਵਰਤੋਂ ਕਰਨਾ, ਟੀਵੀ ਚੈਨਲਾਂ ਨੂੰ ਇੰਟਰਵਿਊ ਦੇਣੀ, ਮੈਨੂੰ ਲੱਗਦਾ ਤੈਨੂੰ ਵੀ ਦਿੱਤੀ ਸੀ, ਤੈਨੂੰ ਨਹੀਂ ਦਿੱਤੀ, ਕਈਆਂ ਨੂੰ ਦੇਣੀ, ਫਿਰ ਆਪ ਦੇ ਮਨਪਸੰਦ ਨੂੰ ਦੇਣੀ, ਇਲੈਕਸ਼ਨ ਤੋਂ ਪਹਿਲਾਂ ਦੇਣੀ, ਇੱਕ ਪਾਰਟੀ ਦੀ ਮਦਦ ਕਰਨੀ। ਦੱਸੋ ਫਿਰ ਤਾਂ ਪੋਲਿਟਿਕਸ ਹੀ ਰਹਿ ਗਈ ਨਾ ਕੱਲੀ। ਔਰ ਅੱਜ ਗੁਰੂ ਸਾਹਿਬ ਨੇ ਇਸ ਗੱਲ ਤੇ ਆਪ ਦਾ, ਜੇ ਜੱਜ ਸਾਹਿਬ ਨੇ ਵੀ ਫੈਸਲਾ ਦਿੱਤਾ ਹੈ ਜਾਂ ਕਿਸੇ ਉੱਤੇ ਨਹੀਂ ਰੱਬ ਵਰਤਣਾ। ਇਹ ਕਹਿੰਦੇ ਇਹ ਅੱਛਾ ਮੈਂ ਹੈਰਾਨ ਆ ਇਹ ਨਟਵਰ ਲਾਲ ਤੇ ਕਹਿੰਦਾ ਜੀ ਰੱਬ ਦੀ ਕਚਹਿਰੀ। ਤੂੰ ਹੁਣ ਤੈਨੂੰ ਰੱਬ ਦੀ ਕਚਹਿਰੀ 'ਚ ਕਿਵੇਂ ਪਤਾ ਲੱਗੂ ਕਿ ਇਹ ਜਾਂਦਾ ਵੀ ਹੈ ਕਿ ਨਹੀਂ ਜਾਂਦਾ? ਰੱਬ ਦੀ ਕਚਹਿਰੀ ਉਹ ਵੀ ਹੈ, ਰੱਬ ਦੀ ਕਚਹਿਰੀ ਇਹ ਵੀ ਹੈ। ਰੱਬ ਤਾਂ ਹਰੇਕ ਦੇ ਦਿਲਾਂ 'ਚ ਵਸਦਾ। ਮਤਲਬ ਜੇ ਫੈਸਲਾ ਉਹਨਾਂ ਦਾ ਤੇ ਫਿਰ ਹੱਕ ਦਾ ਨਾ ਹੋਵੇ, ਫਿਰ ਰੱਬ ਦੀ ਕਚਹਿਰੀ ਦੇ ਜੇ ਗੱਲ ਦਾ ਆ ਜੇ ਤੇ ਜੱਜ ਚੰਗਾ ਹੋ ਗਿਆ। ਮੈਂ ਨਾ ਮੰਨੂ। ਜਦੋਂ ਇਹਨਾਂ ਮੈਟਰ ਇਹ CBI ਤੋਂ ਵਾਪਸ ਲਿਆਏ, ਜਦੋਂ ਫੈਸਲਾ ਆ ਗਿਆ ਉਦੋਂ ਜੱਜ ਬਹੁਤ ਚੰਗੇ ਸਨ, ਮਗਰ ਉਹੀ ਹਾਈ ਕੋਰਟ ਪੰਜਾਬ ਨੇ, ਹਰਿਆਣਾ ਹਾਈ ਕੋਰਟ ਨੇ ਅੱਜ ਜੇ ਫੈਸਲਾ ਹੋਰ ਦੇਤਾ ਤੇ ਕਹਿੰਦੇ ਜੀ ਨਾ ਇਹਨਾਂ ਨੂੰ ਹਲੇ ਲਿਖਣਾ ਨਹੀਂ ਆਇਆ, ਹਲੇ ਆਪਦਾ ਕੰਮ। ਉਹ ਕੱਲ ਇੱਕ ਹੋਰ ਕਹੀ ਜਾਂਦਾ ਸੀਗਾ। ਇਹ ਸਭ ਮੈਂ ਵੇਖਿਆ ਅਲੀ ਬਾਬਾ 40 ਚੋਰ ਦੀ ਜੁੰਡਲੀ ਲੱਗੀ ਆ ਪੂਰੀ ਸਪੀਡ ਨਾਲ। ਉਹ ਪੋਲਿਟਿਕਸ 100 ਵਾਰੀ ਕਰ ਲਿਓ, ਹਾਰ ਜਿੱਤ ਫੇਰ ਉਸ ਪ੍ਰਮਾਤਮਾ ਦੇ ਹੱਥ 'ਚ, ਤੁਹਾਡੇ ਹੱਥ 'ਚ ਨਹੀਂ ਤੁਹਾਡੀ ਪੋਲਿਟਿਕਸ। ਕੱਲ ਜਿਹੜੀ ਮੀਟਿੰਗ ਹੋਈ, ਤੁਸੀਂ ਪਹਿਲਾਂ ਜ਼ਿਕਰ ਕੀਤਾ ਸਾਬਕਾ ਜੱਜ ਭਾਈ ਜੀਤ ਸਿੰਘ ਦੀ ਅਗਵਾਈ 'ਚ ਹੋਈ, ਚਾਹੇ ਉਹ ਤੁਹਾਡੇ ਪੁਰਾਣੇ ਸਾਥੀ ਕੁਲਵਿੰਦਰ ਢੀਂਡਸਾ ਹੋਣ, ਸੁਖਪਾਲ ਖਹਿਰਾ ਹੋਣ, ਚਾਹੇ ਸ਼ਰਮਾ ਜੀ ਹੋਣ, ਇੱਕ ਲੋਕ ਇਕੱਠੇ ਹੋਏ। ਕੱਲ ਨੂੰ ਉਹ ਵੀ ਕਹਿੰਦੇ ਕਿ ਉਹਨਾਂ ਨੇ ਵੱਡਾ ਐਲਾਨ ਕਰਨਾ ਕਿ ਆਉਣ ਵਾਲਾ ਸੰਘਰਸ਼ ਜਿਹੜਾ ਹੈਗਾ ਸ਼ੁਰੂ ਕਰਨਾ। ਔਰ ਸਿੱਧੇ ਤੌਰ ਤੇ ਉਹ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਕਾਲੀ ਦਲ ਦਾ ਕੋਈ ਦੋਸ਼ ਨਹੀਂ ਹੈ, ਔਰ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ ਜਿਹੜਾ ਫੈਸਲਾ ਆਇਆ ਉਹਦੇ ਤੇ ਵੀ ਉਹਨਾਂ ਨੂੰ ਜਿਹੜਾ ਹੈਗਾ ਤਾਂ ਜਦੋਂ ਤਾਂ ਇੱਕ ਸੱਜਣਾ ਦੇ ਹੱਕ 'ਚ ਕੋਈ ਕੋਰਟ ਫੈਸਲਾ ਦਵੇ ਉਦੋਂ ਤਾਂ ਇਸ ਤਰ੍ਹਾਂ ਵਿਖਾਉਂਦੇ ਫਿਰਦੇ ਆ ਕਿ ਆਹ ਕੋਰਟ ਨੇ, ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦੇ ਦਿੱਤਾ। ਆਹੋ ਆ ਜਿਹੜਾ ਉਹ ਉਹਦੀ ਗੱਲ ਹੀ ਕਰਦਾ, ਉਹਦੀ ਮਜਬੂਰੀ ਆ ਮੇਰਾ ਵੀਰ। ਜੇ ਇਹ ਸਾਰਾ ਕੰਮ ਕੌਣ ਕਰਾ ਰਿਹਾ? ਮੈਂ ਤੁਹਾਨੂੰ ਪਹਿਲਾਂ ਵੀ ਕਾਰੀ ਕਿਹਾ ਸੀ ਕਿ ਜਿਹੜੀ SIT ਨੇ ਚਲਾਨ ਪੇਸ਼ ਕੀਤਾ ਹੈ ਇਸ ਬੰਦੇ ਦੀ, ਨਟਵਰ ਲਾਲ ਦੀ ਘੁੱਗੀ ਹੇਠ ਕੀਤਾ, ਮਗਰ ਇਹ ਤਿਆਰ ਕਿੱਥੇ ਹੋਈ? ਕਾਂਗਰਸ ਭਵਨ ਤੇ ਇਹਨਾਂ ਵਜ਼ੀਰਾਂ ਨੇ। ਅੱਜ ਵੀ ਮੈਂ ਤੁਹਾਨੂੰ ਕਹਿ ਰਿਹਾ, ਜਿਹੜਾ ਇਹ ਖੈਰਾ ਸਾਹਿਬ ਬੋਲਦੇ, ਤੂੰ ਨਹੀਂ ਬੋਲਦੀ, ਤੇਰੇ ਪਿੱਛੇ ਰਣਜੀਤ ਤਾਂ ਬੋਲਦਾ ਤੇ ਨਾਲ ਕਪਤਾਨ ਵੀ ਬੋਲਦਾ, ਨਹੀਂ ਤਾਂ ਅਸਤੀਫਾ ਸਵੇਰੇ ਪ੍ਰਵਾਨ ਹੋ ਜੇ, ਫਿਰ ਨਾ ਰਵੇ ਗੱਡੀ ਤੇ ਨਾ ਰਵੇ ਕੰਮ। ਦੇਖੋ ਆ ਵਿਧਾਨ ਸਭਾ ਦਾ ਜਲਾਸ ਨਿਕਲਿਆ, ਸਾਰੀ ਕਾਂਗਰਸ ਤੋਂ ਉਹਦੇ ਹੱਕ 'ਚ ਬੋਲੀ ਜਾਂਦੀ ਸੀ। ਆ ਤੁਸੀਂ ਇਹਨਾਂ ਦੀ ਤੁਸੀਂ ਵੈਸੇ ਕਦੇ ਪੁੱਛ ਲਓ, ਅੱਜ ਮੇਰੀ ਗੱਲ ਨੋਟ ਕਰ ਲਿਓ, ਇਹ ਕੰਵਰ ਸੰਧੂ ਸਾਹਿਬ ਹੋ ਗਏ, ਸਤਿਕਾਰਯੋਗ ਨੇ, ਇਹਨਾਂ ਦਾ ਕਿੱਥੇ ਦਿਲ ਲੱਗਦਾ ਹੁਣ ਕੈਪਟਨ ਤੋਂ ਬਗੈਰ? ਆ ਨਾਜਰ ਸਿੰਘ ਵੀ ਖੜਾ ਆ ਫੋਟੋ 'ਚ, ਆ ਖੜਾ ਨਾਜਰ ਸਿੰਘ, ਇਹ ਤਾਂ ਭੇਜ ਹੀ ਦਿੱਤਾ ਨਾ ਇਹਨਾਂ ਨੇ ਉਸ ਵੇਲੇ, ਪਹਿਲਾਂ ਇੱਧਰ ਭੇਜਤਾ, ਆਪ ਦੀ ਡੈਲੀਗੇਸ਼ਨ ਨਾਲ ਗਿਆ ਸੀ, ਮੁੜ ਕੇ ਭੇਜਤਾ। ਇਹ ਸਭ ਇਹ ਚਲਾ ਇੱਕੋ ਬੰਦਾ ਰਿਹਾ ਕਾਂਗਰਸ ਭਵਨ, ਜਿਹਨੂੰ ਆ ਠੋਕੋ ਤਾਲੀ ਦਾ ਪੱਪੂ ਰਾਹੁਲ ਗਾਂਧੀ ਜਾਂ ਉਹਦੀ ਮੁੰਨੀ, ਹੋਰ ਕੋਈ ਨਹੀਂ ਚਲਾ। ਪੋਲਿਟਿਕਸ ਹੋ ਗਈ ਨਾ, ਪੋਲਿਟਿਕਸ ਹੋ ਗਈ, ਪੋਲਿਟਿਕਸ ਹੋ ਗਈ।
2015 ਚ ਉਹ ਇਸੇ ਜਿੱਥੇ ਅਸੀਂ ਬੈਂਦੇ ਸੀ ਉੱਥੇ ਹੀ ਬੈਂਦਾ ਸੀ। ਅਸਾਂ ਪਰਮਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ, ਵੇਖੋ ਉਹਨਾਂ ਦੀ ਆਪ ਦੀ ਮਜਬੂਰੀ ਆ, ਉਹਨਾਂ ਨੂੰ ਆਪ ਦੀ ਪੋਲੀਟੀਕਲ ਅੱਜ ਮਜਬੂਰੀ ਆ, ਨਾਟ ਕਿ ਜਿਹੜਾ ਕੌਜ਼ ਹੈ ਜਾਂ ਜਿਹੜਾ ਸੱਚ ਹੈ। ਮੈਂ ਅੱਜ ਵੀ ਚਾਹੂੰਗਾ, ਪਰਮਿੰਦਰ ਮੇਰਾ ਸਾਥੀ ਆ, ਢੀਂਡਸਾ ਸਾਹਿਬ ਰੱਬ ਨੂੰ ਜਾਣ ਦੇਣੀ ਆ, ਸੱਚ ਦੀ ਗੱਲ ਕਰੋ। ਤੁਸੀਂ ਤਾਂ ਉਦੋਂ ਸੀਨੀਅਰ ਮਿਨਿਸਟਰ ਸੀ ਇਸੇ ਸਰਕਾਰ 'ਚ, ਤੁਸੀਂ ਉਸ ਤੋਂ ਬਾਅਦ 17 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਲੜੀ, ਤੁਸੀਂ ਸੁਨਾਮ ਤੋਂ ਲੜਦੇ ਸੀ, ਬਲਕਿ ਤੁਹਾਡਾ ਇੰਨਾ ਵਿਸ਼ਵਾਸ ਸੀ ਸ਼੍ਰੋਮਣੀ ਅਕਾਲੀ ਦਲ, ਤੁਸੀਂ ਲਹਿਰੇ ਗਾਗੇ ਤੋਂ ਟਿਕਟ ਲੈ ਲਈ। ਉਸ ਤੋਂ ਬਾਅਦ ਤੁਸੀਂ ਲੀਡਰ ਆਫ ਹਾਊਸ ਰਹੇ। ਕੱਲਾ ਪੋਲਿਟਿਕਸ ਕਰਨ ਲਈ ਪੋਲਿਟਿਕਸ ਨਾ ਕਰੋ, ਇਹ ਬਾਕੀਆਂ ਦੀ ਤਾਂ ਮਜਬੂਰੀ ਹੈ, ਰਲ ਕੇ ਖੇਡਦੇ ਆ ਕਾਂਗਰਸ ਨਾਲ। ਮਗਰ ਤੁਸੀਂ, ਮੈਂ ਆਸ ਕਰਦਾ ਆਪਦੇ ਸੱਜਣ ਤੋਂ ਕਿ ਉਸ ਹੱਦ ਤੱਕ ਨਹੀਂ ਡਿੱਗਣਗੇ। ਹਾਂ, ਜਿਹੜੇ ਮਰੇ ਆ, ਜਿਨ੍ਹਾਂ ਸ਼ਹੀਦ ਹੋਏ ਆ, ਉਹਨਾਂ ਨੂੰ ਇਨਸਾਫ ਮਿਲੇ, ਇਹ ਸਭ ਚਾਹੁੰਦੇ। ਮੈਂ ਵੀ ਅੱਜ ਵੀ ਉਦੋਂ ਵੀ ਅੱਜ ਵੀ ਤੇ ਹਮੇਸ਼ਾ ਰਹੂਗਾ ਜਦ ਤੱਕ ਉਹਨਾਂ ਨੂੰ ਇਨਸਾਫ ਨਾ ਮਿਲ ਜਾਏ। ਦੇ ਨੀਡ ਜਸਟਿਸ, ਸੱਚਾਈ ਸਾਹਮਣੇ ਆਵੇ। ਹਰ ਗੁਰੂ ਨਾਨਕ ਨਾਮ ਲੇਵਾ ਚਾਹੁੰਦਾ, ਮਗਰ ਕੋਈ ਗੁਰੂ ਨਾਨਕ ਨਾਮ ਲੇਵਾ ਇਹ ਨਹੀਂ ਚਾਹੁੰਦਾ ਕਿ ਪੋਲਿਟਿਕਸ ਕਰੋ ਤੇ ਪਾਰ ਜਾਓ। ਦਿਸ ਇਜ਼ ਨੋਬਡੀਜ਼ ਡਿਮਾਂਡ। ਐਂਡ ਜਿਹੜਾ ਪੋਲਿਟਿਕਸ ਕਰੂਗਾ, ਰੱਬ ਉਹਨਾਂ ਦੇ ਚਿਹਰੇ ਇਸ ਤਰ੍ਹਾਂ ਬੇਨਕਾਬ ਕਰਦਾ ਜਾਊਗਾ। मजिस्ट्रेट साहब प्रकाश सिंह बाजवा और रवनीत बिट्टू ने क्या कि दोबारा एसआईटी बना दो, 6 महीने तो फैसला दे दो कि कोर्ट सौंप दूगी आपकी। ਉਹ ਤਾਂ ਕੋਰਟ ਨੇ ਵੀ ਕਹਿਤਾ। ਦੇਖੋ, ਕੋਰਟ ਨੇ ਤਾਂ ਹਲੇ ਇਹਨਾਂ ਦੀ ਮਦਦ ਹੀ ਕਰਤੀ। ਉੱਥੇ ਜੋ ਮੈਨੂੰ ਪਤਾ ਲੱਗਿਆ, ਜੋ ਉੱਥੇ ਜਿਹੜੇ ਆ ਮੁਲਾਜ਼ਮ ਗਏ ਆ, ਉਹਨਾਂ ਨੇ ਤਾਂ 3 ਮੰਗਾਂ ਰੱਖੀਆਂ ਸੀ ਕਿ ਫ੍ਰੀ ਐਂਡ ਫੇਅਰ ਹੋਵੇ, ਇੰਡੀਪੈਂਡੈਂਟ ਹੋਵੇ, ਭਾਵੇਂ ਤੁਸੀਂ ਕਿਸੇ ਸੈਂਟਰਲ ਏਜੰਸੀ ਤੋਂ ਕਰਾ ਲਓ, ਭਾਵੇਂ ਤੁਸੀਂ ਹਰਿਆਣੇ 'ਚ ਕਰਾ ਲਓ, ਤੇ ਭਾਵੇਂ ਤੁਸੀਂ ਇਹਨਾਂ ਦੀ ਐਸਆਈਟੀ ਬਣਾ ਲਓ, ਮਗਰ ਬਣਾਓ ਇੰਡੀਪੈਂਡੈਂਟ, ਜਿਹੜੀ ਰਿਪੋਰਟ ਕੈਪਟਨ ਨੂੰ ਨਾ ਕਰੇ, ਠੋਕੋਤਾਲੀ ਨੂੰ ਨਾ ਕਰੇ, ਤ੍ਰਿਪਤ ਰਜਿੰਦਰ ਬਾਜਵਾ ਜੀ ਨੂੰ ਨਾ ਕਰੇ, ਸੁੱਖੀ ਰੰਧਾਵੇ ਨੂੰ ਨਾ ਕਰੇ, ਕਿੱਕੀ ਢਿੱਲੋਂ ਨੂੰ ਨਾ ਕਰੇ, ਉਹ ਰਿਪੋਰਟ ਜੱਜ ਸਾਹਿਬ ਨੂੰ ਕਰੇ। ਇਹਦੇ 'ਚ ਤਾਂ ਕੋਈ ਮਾੜੀ ਗੱਲ ਨਹੀਂ, ਸੱਚਾਈ ਵੱਲ ਕੰਮ ਰਵੇ ਸੀਮਤ, ਔਰ ਉਹ ਫਜ਼ੂਲ ਦੇ ਇੰਟਰਵਿਊ ਨਾ ਦੇਵੇ, ਸਿਆਸੀਕਰਨ ਨਾ ਕਰੇ, ਆਪ ਦੀ ਮਨ ਘੜਤ ਕਹਾਣੀਆਂ ਨਾ ਬਣਾਵੇ। ਇਹ ਕੋਈ ਮਤਲਬ ਇਹ ਸਾਸ ਵੀ ਕਵੀ ਬਹੂ ਸੀ, ਉਹ ਸੀਰੀਅਲ ਨਹੀਂ ਹੈ ਇਹ। ਦਿਸ ਇਜ਼ ਅ ਸੀਰੀਅਸ ਇਮੋਟਿਵ ਇਸ਼ੂ। ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਧਿਆਨ ਕਰੋ, ਲੋਕਾਂ ਦਾ ਹੱਕ ਸੱਚ ਦੀ ਗੱਲ ਕਰੋ। ਇਹਦੇ 'ਚ ਤਾਂ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ। ਔਰ ਇਹ ਵੀ ਕਰਤਾ ਪਾਬੰਦ ਕਿ ਜੇ ਮੈਂਬਰ 3 ਹੋਣਗੇ ਤੇ 3 ਦੇ ਸਾਈਨ ਹੇਠ ਜਾਊ, ਇੱਕ ਦੀ ਮਨਮਰਜ਼ੀ ਨਹੀਂ ਚੱਲੂ। ਔਰ ਦੇਖੋ, ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਇਹ ਗੱਲ ਜਾਂ ਸੁੱਖੀ ਨੂੰ ਉਦੋਂ ਪਤਾ ਲੱਗ ਗਈ ਸੀ ਜਦੋਂ ਪ੍ਰਬੋਧ ਕੁਮਾਰ ਜੀ ਉਲਟ ਹੋਏ, ਜਦੋਂ ਅਰੁਣਪਾਲ ਜੀ ਉਲਟ ਹੋਏ, ਜਦੋਂ ਸਿੱਟ ਦੇ 4 ਮੈਂਬਰ ਉਲਟ ਹੋਏ। ਮਗਰ ਕੀ ਉਹ ਚਿੱਠੀ ਅੱਜ ਤੱਕ ਜਨਤਕ ਹੋਣ ਦਿੱਤੀ? ਨਹੀਂ। ਉੱਤੇ ਵੀ ਐਡਾ ਵੱਡਾ ਕਵਰ ਅਪ ਆਪਰੇਸ਼ਨ ਲਾਂਚ ਕੀਤਾ, ਮਗਰ ਕਿਉਂਕਿ ਗੁਰੂ ਵਰਤਦਾ, ਇਹ ਮੁੱਦਾ ਹੀ ਹੈ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਾ ਮੁੱਦਾ, ਕੋਰਟ 'ਚ ਦੱਸਣਾ ਪੈ ਗਿਆ। ਕੋਰਟ ਨੇ ਇੱਕ ਵਾਰੀ ਨਹੀਂ, ਕਈ ਵਾਰੀ ਪੁੱਛਿਆ ਕਿ ਉਹ ਬਾਕੀ ਮੈਂਬਰਾਂ ਦੇ ਸਾਈਨ ਲਿਆਓ, ਸਰਕਾਰ ਨਹੀਂ ਸਾਹਮਣੇ ਰੱਖ ਸਕੀ। ਅੱਜ ਕਦੇ ਕਹਿ ਦੇਣਗੇ ਜੀ ਵਕੀਲ ਦੀ ਗਲਤੀ ਹੈ। ਉਹ ਆਪ ਚਾਰਟ ਸ਼ੀਟ ਤਾਂ ਤਿਆਰ ਕੀਤੀ ਆ ਨਟਵਰ ਲਾਲ ਨੇ, ਜਿਹੜਾ ਕਹਿੰਦਾ ਸੀਗਾ ਜੋ ਚਾर्ट शीट मैंने तैयार किया है वैसी इंडिया में बनती नहीं है। तैयार तो इन्हें की, तैयार कराई इन्हां दे वजीरां ने। जे उहदे च कुछ ना होवे ते वकील की कर दूँ? वकील तो यह आला वकील लिया, मैनू कहना नहीं चाहिए। मैं एक वकील का नाम पढ़ रहा सी, कड्डिओ जरा इहदा पहला पेज। आ सिद्धार्थ लूथरा जी इहदे च एक वकील लियाए, पता कर लिओ जरा कि तुसीं उन्हां दी ਜਿਹੜਾ ਉਹਨਾਂ ਦੀ ਇੱਕ ਪੇਸ਼ੀ ਦਾ ਉਹ ਲੈਂਦੇ ਆ, ਜੇ ਤੁਸੀਂ ਉਹਨਾਂ ਦਾ ਖਰਚਾ ਵੀ ਅਫੋਰਡ ਕਰ ਸਕਦੇ। ਤੇ ਜਿਹੜੇ ਪਹਿਲੇ 10 ਵਕੀਲ ਨੇ ਦਿੱਲੀ 'ਚ ਸੁਪਰੀਮ ਕੋਰਟ 'ਚ, ਉਹਨਾਂ ਦਾ ਇਹਨਾਂ ਦਾ ਨਾਂ ਆਉਂਦਾ ਸਿਧਾਰਥ ਲੂਥਰਾ ਜੀ ਦਾ। ਹੁਣ ਇਹ ਮਾੜਾ ਹੋ ਗਿਆ। ਉਹ ਵਿਚਾਰਾ ਨੇ ਤਾਂ ਤੁਹਾਡਾ ਕਿੰਨਾ ਚਿਰ ਕੰਮ ਚਲਾਤਾ, ਮਗਰ ਜੇ ਤੁਸੀਂ ਆਪ ਹੀ ਵਿੱਚ ਨਟਵਰ ਲਾਲ ਨੇ ਪਾਇਆ ਜੋ ਕੰਮ, ਜੋ ਝੂਠ ਸੱਚ ਹੀ ਇਹਨਾਂ ਪਾਤਾ ਸੀ ਕਿ ਉਹਦਾ ਬਣਨਾ ਕੀ ਸੀ। इसलिए जिम्मेवार असल दोषी कैप्टन ठोकोताली ਜਿਹੜਾ ਵਜ਼ੀਰ ਬਾਕੀ ਦੇ ਇਹ ਨੇ ਅਸਲ ਦੋਸ਼ੀ।
ਜਾਂ ਇਹ ਆਪ ਦੇ ਜਿਹੜੇ ਨੇ ਉਹ ਦੋ ਤਿੰਨ ਜਿਹੜੇ 2 ਸਾਲ ਤੁਹਾਡੀ ਸਰਕਾਰ ਰਹੀ ਹੈ, ਸਵਾ 4 ਸਾਲ ਹੁਣ ਕਾਂਗਰਸ ਸਰਕਾਰ ਤੋਂ ਹੋ ਗਏ ਤੇ ਇਨਸਾਫ ਦੇ ਲਈ 6 ਮਹੀਨੇ ਨੂੰ ਅੱਗੇ ਪਾ ਦਿੱਤੇ ਗਏ। ਇਨਸਾਫ ਅਕਸਰ ਇਹ ਕਹਿ ਦਿੰਦੇ ਨੇ ਕਿ ਜਿੰਨਾ ਲੇਟ ਹੋਵੇ ਉਨਾ ਹੀ ਇਨਸਾਫ ਖਤਮ। ਭਾਜੀ ਪਹਿਲੀ ਗੱਲ 2 ਸਾਲ ਸਾਡੀ ਰਹੀ ਨਹੀਂ ਜੀ, 10 ਮਹੀਨੇ ਐਗਜ਼ੈਕਟਲੀ ਰਹੀ ਸੀ। ਉਸ ਤੋਂ ਬਾਅਦ ਜਾਬਤਾ ਲੱਗ ਗਿਆ ਸੀ। ਅਸੀਂ ਆਪਣੇ ਵੇਲੇ ਵੀ ਬੜੀ ਕੋਸ਼ਿਸ਼ ਕੀਤੀ, ਔਰ ਮੈਂ ਫੇਰ ਬਾਰ-ਬਾਰ ਕਹਿੰਦਾ ਸੀ ਪੋਲਿਟਿਕਸ ਨਹੀਂ ਕੀਤੀ। ਜੇ ਤੁਸੀਂ ਪੋਲਿਟਿਕਸ ਵੇਖੋ ਨਾ ਤੇ ਉਹਦਾ ਸਭ ਤੋਂ ਵੱਡਾ ਇਹਦਾ ਨੁਕਸਾਨ ਸਾਨੂੰ ਹੋਇਆ ਤੇ ਸਭ ਤੋਂ ਵੱਡਾ ਫਾਇਦਾ ਇਹਦਾ ਕਾਂਗਰਸ ਨੇ ਚੁੱਕਿਆ ਤੇ ਆਪ ਨੇ ਚੁੱਕਿਆ। ਉਹਨਾਂ ਨੇ ਉਦੋਂ ਵੀ ਪੋਲਿਟਿਕਸ ਕਰ ਲਈ, ਅੱਜ ਵੀ ਉਸੇ ਪੋਲਿਟਿਕਸ ਤੇ ਲੈ ਕੇ ਕੰਮ ਤਾਂ ਕੀਤਾ ਕੋਈ ਨਹੀਂ। ਹੁਣ ਵੋਟਾਂ ਤਾਂ ਲੈਣੀਆਂ, ਕੰਮ ਦੇ ਆਧਾਰ ਤੇ ਤਾਂ ਮਿਲਣੀ ਕੋਈ ਨਹੀਂ। ਲੋਕਾਂ ਦੀਆਂ ਭਾਵਨਾ ਨਾਲ ਖੇਡੋ, ਝੂਠ ਸੱਚ ਕਰੋ, ਮਗਰ ਇਹ ਤਾਂ ਸੱਚੇ ਪਾਤਸ਼ਾਹ ਦੀ ਮਰਜ਼ੀ ਆ। ਇੱਕ ਵਾਰੀ ਹੋ ਲਿਆ, ਬਾਰ-ਬਾਰ ਕੰਮ ਹੋਣ ਦੇਣਾ ਕਿ ਨਹੀਂ ਹੋਣ ਦੇਣਾ, ਔਰ ਇਹ ਉਹਦੇ ਰੰਗ ਹੀ ਵੇਖਣ ਨੂੰ ਮਿਲਦੇ। ਉਦੋਂ ADGP ਸੋਤਾ ਸਾਹਿਬ ਦੀ ਦੇਖੋ, ਮੈਂ ਫੇਰ ਗੱਲ ਕਰਾਂ, ਇੱਕ ਆਲਾ ਅਫਸਰ DGP ਨੂੰ ਬਦਲ ਦੇਣਾ ਇਸ ਮੁੱਦੇ ਤੇ, ਇਹ ਕੋਈ ਛੋਟਾ ਮੋਟਾ ਕੰਮ ਨਹੀਂ। ਇਟਸ ਸੱਚ ਅ ਸਟਰੋਂਗ ਡਿਸਪਲੇਜਰ ਮੁੱਖ ਮੰਤਰੀ ਸਾਹਿਬ ਨੇ ਵਿਖਾਇਆ ਇਸ ਮੁੱਦੇ ਤੇ। ਫਿਰ ADGP ਸਾਹਿਬ ਦੇ ਉੱਥੇ SIT ਬਣੀ, ਔਰ ਉਹੀ SIT ਨੇ 11 ਬੰਦੇ ਨਾਮਜ਼ਦ ਕੀਤੇ। ਇਹਨਾਂ ਨੇ 7 ਕਿਉਂ ਕੱਢਤੇ? ਕਿਸੇ ਨੇ ਅੱਜ ਤੱਕ ਤੁਹਾਡੇ ਕਿਸੇ ਚੈਨਲ ਵਾਲੇ ਨੇ ਇਸ ਗੱਲ ਦੀ ਇਨਕੁਆਇਰੀ ਕੀਤੀ ਕਿ ਉਹ 7 ਕਿਉਂ ਨਿਕਲੇ? ਔਰ ਠੋਕੋ ਤਾਲੀ ਐਵੇਂ ਕਹਿੰਦਾ ਜੀ ਬਾਈ ਨੇਮ ਨਹੀਂ। So have you even read the damn FIR or you will just talk nonsense? ਤੁਸੀਂ ਕੱਲਾ ਪੋਲਿਟਿਕਸ ਹੀ ਕਰੋਗੇ for the sake of politics? ਇਹਨੂੰ ਤਾਂ ਮੌਜ ਲੱਗੀ ਆ। ਉਦੋਂ ਸਾਡੇ ਨਾਲ ਬਹਿੰਦਾ ਸੀ, ਹੁਣ ਇੱਧਰ ਬਹਿ ਗਿਆ, ਅੱਜ ਇਸ ਟਾਣੀ ਤੇ ਕੱਲ ਉਸ ਟਾਣੀ ਤੇ। ਇਹ ਤਾਂ ਮਿੱਤਰਾਂ ਦੀ ਛਤਰੀ ਤੋਂ ਕਦੋਂ ਉੱਡ ਜਾਣਾ ਤਾਂ ਪਤਾ ਕੋਈ ਨਹੀਂ ਲੱਗਦਾ। ਇਸ ਲਈ ਭਰਾਵੋ, this is a very sensitive, serious issue. Let the seriousness prevail. Let a free and fair investigation happen. ਜਿੱਥੇ ਅਗਰ ਪੂਰਾ ਕਰੋਨਾ ਤੇ ਹੈ, ਔਰ ਮੇਰਾ ਕਰੋਨਾ ਲਗਾਤਾਰ ਹੀ ਫੈਲ ਹੀ ਰਿਹਾ ਤੇ ਅੱਜ ਸਥਿਤੀ ਇਹ ਹੋ ਗਈ ਹੈ ਕਿ ਜਿਹੜੇ ਪੰਜਾਬ ਦੇ ਪ੍ਰਾਈਵੇਟ ਹਸਪੀਟਲ ਹੈਗੇ ਨੇ, ਦਿੱਲੀ ਤੋਂ ਲਗਾਤਾਰ ਹੀ ਦਿੱਲੀ ਦੇ ਵਿੱਚ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ। ਪੰਜਾਬ ਤੇ ਹਰਿਆਣੇ ਦੇ ਹਸਪੀਟਲ ਭਰੇ ਪਏ ਨੇ ਦਿੱਲੀ ਦੇ ਮਰੀਜ਼ਾਂ ਨਾਲ। ਜੇ ਸੈਕੰਡ ਵੇਵ ਲਾਰਜਰ ਉਰੇ ਹੋ ਜਾਂਦੀ ਹੈ ਤਾਂ ਪੰਜਾਬ ਦੇ ਮਰੀਜ਼ਾਂ ਦਾ ਕੀ ਬਣੂਗਾ? ਦੇਖੋ, ਬੜਾ ਵਿਸ਼ਾਲ ਜੀ ਇੱਕ ਵਧੀਆ ਸਵਾਲ ਤੁਸੀਂ ਪੁੱਛਿਆ। ਮੈਂ ਤੁਹਾਨੂੰ ਇੱਕ ਹੋਰ ਸੱਚਾਈ ਦੱਸਦਾ ਇਹਦੇ ਨਾਲ। ਪਹਿਲੀ ਗੱਲ, ਜਿੰਨੀ ਟੈਸਟਿੰਗ ਹੋਣੀ ਚਾਹੀਦੀ ਉਹ ਟੈਸਟਿੰਗ ਹੋ ਨਹੀਂ ਰਹੀ। ਟੈਸਟਿੰਗ ਨੂੰ ਇਸ ਲਈ ਦਬਾਇਆ ਜਾ ਰਿਹਾ ਕਿਉਂਕਿ ਜੇ ਟੈਸਟਿੰਗ ਹੋ ਗਈ ਤੇ ਸਾਡੇ ਨੰਬਰ ਵੱਧ ਜਾਣੇ ਆ। ਜੇ ਨੰਬਰ ਵੱਧ ਗਏ ਤੇ ਕਈ ਲੋਕ ਪੈਨਿਕ ਕਰਦੇ ਆ, ਹਸਪਤਾਲ ਨੂੰ ਭੱਜਦੇ ਆ ਜਾਂ ਦਵਾਈਆਂ ਭਾਲਦੇ ਨੇ, ਉਹਨਾਂ ਕੋਲ ਦਵਾਈਆਂ ਦਾ ਪ੍ਰਬੰਧ ਕੋਈ ਨਹੀਂ। ਦੂਜੀ ਗੱਲ, ਆਪਾਂ ਸਭ ਇਸ ਗੱਲ ਨੂੰ ਸਮਝ ਰਹੇ ਹਾਂ ਕਿ 60% ਲੋਕ ਪਿੰਡਾਂ 'ਚ ਰਹਿੰਦੇ ਆ, 60 ਤੋਂ 65% ਲੋਕ। ਜਿੰਨੀ ਟੈਸਟਿੰਗ ਹੋ ਰਹੀ ਹੈ ਇਹ ਸਿਟੀ ਸੈਂਟਰਿਕ ਟੈਸਟਿੰਗ ਹੈ, ਮਤਲਬ ਸ਼ਹਿਰਾਂ ਦੇ ਵਿੱਚ ਹੈ। ਪਿੰਡੂ ਬੰਦਾ ਤਾਂ 10% ਜਾਂ 15% ਟੈਸਟ ਕਰਾ ਰਿਹਾ। ਸੋ ਜਿਹੜਾ ਟੈਸਟ ਹੀ ਨਹੀਂ ਕਰਾ ਰਿਹਾ, ਜਿਹੜੀ ਪਿੰਡ 'ਚ ਡੈਥ ਹੋ ਰਹੀ ਹੈ ਉਹ ਕਰੋਨਾ ਦੀ ਡੈਥ ਨਹੀਂ ਰਿਪੋਰਟ ਹੋ ਰਹੀ, ਮਗਰ ਐਕਚੁਅਲੀ ਉਹ ਕਰੋਨਾ ਦੀ ਡੈਥ ਹੈ। ਸੋ ਮੇਰਾ ਕਹਿਣ ਦਾ ਭਾਵ ਕਿ ਨੰਬਰਸ ਆ ਆਲਰੇਡੀ ਵੈਰੀ ਹਾਈ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਸਰਕਾਰ ਦਾ ਐਡਾ ਵੱਡਾ ਫੇਲੀਅਰ ਹੈ, ਅੱਜ ਆਕਸੀਜਨ ਪਲਾਂਟਾਂ ਦੀ ਤਾਂ ਗੱਲ ਆਏਗੀ ਕਿ ਕੇਜਰੀਵਾਲ ਸਾਹਿਬ ਨੇ ਕਿਵੇਂ ਕਰੋੜਾਂ ਦੇ ਐਡ ਦਿੱਤੇ ਤੇ ਜਿਹੜਾ ਆਕਸੀਜਨ ਪਲਾਂਟ ਲਾਉਣੇ ਸੀ ਉਹ ਨਹੀਂ ਲਾਏ, ਔਰ ਉਹਦੇ ਕਰਕੇ ਅੱਜ ਮੇਰੇ ਆਪ ਦੇ ਬ੍ਰਦਰ ਇਨ ਲਾਅ ਨੂੰ ਮੈਂ ਬੈੱਡ ਨਹੀਂ ਦਵਾ ਸਕਿਆ ਸੀ ਦਿੱਲੀ। ਅਖੀਰ 'ਚ ਉਹਨਾਂ ਨੂੰ ਗੁੜਗਾਉਂ ਸ਼ਿਫਟ ਕਰਨਾ ਪਿਆ, ਮਸਾਂ ਉਹਦੀ ਜਾਨ ਬਚੀ ਹੈ। ਇਸੇ ਤਰ੍ਹਾਂ ਦਿੱਲੀ ਤੋਂ ਕਈ ਪੇਸ਼ੈਂਟ, 5 ਤਾਂ ਮੈਂ ਜਾਣਦਾ ਜਿਨ੍ਹਾਂ ਦਾ ਇਲਾਜ ਇੱਥੇ ਹੋ ਰਿਹਾ, ਜਿਹੜੇ ਭੱਜ ਦਿੱਲੀ ਤੋਂ ਇੱਥੇ ਆ ਰਹੇ ਆ ਪ੍ਰਾਈਵੇਟ ਹਸਪਤਾਲਾਂ 'ਚ, ਕਿਉਂਕਿ ਉਹ ਆਪਦਾ ਚੰਡੀਗੜ੍ਹ ਆ ਰਹੇ ਆ ਜਾਂ ਟਰਾਈ ਸਿਟੀ 'ਚ ਆ ਰਹੇ ਆ। ਮਗਰ ਅਸਲੀਅਤ ਦੂਜੀ ਕੀ ਹੈ ਕਿ ਤੁਸੀਂ ਲੁਧਿਆਣੇ ਚਲੇ ਜਾਓ, ਅੰਮ੍ਰਿਤਸਰ ਚਲੇ ਜਾਓ, ਅੱਜ ਲੈਕ ਆਫ ਆਕਸੀਜਨ ਔਰ ਲੈਕ ਆਫ ਮੈਡੀਕਲ ਫੈਸਿਲਿਟੀਜ਼ ਦਾ ਰੌਲਾ ਇੱਥੇ ਵੀ ਬੜੀ ਤੇਜ਼ੀ ਨਾਲ ਪੈਣਾ ਸ਼ੁਰੂ ਹੋ ਗਿਆ। ਸੋ ਇਹ ਬੜਾ ਹੀ ਦੁਖਦਾਈ ਔਰ ਬੜਾ ਸੀਰੀਅਸ, ਇਹਦੇ ਤੇ ਸਰਕਾਰ ਦਾ ਫਿਕਰ ਹੀ ਕੋਈ ਨਹੀਂ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦਿਆਂ ਕਿ ਜਿਹੜੇ ਦੋਨੇ ਇੰਪੋਰਟੈਂਟ ਇਸ਼ੂ ਹੈ ਜਿਹਦਾ ਜ਼ਿਕਰ ਮਜੀਠੀਆ ਸਾਹਿਬ ਨੇ ਡਿਟੇਲ 'ਚ ਕੀਤਾ, ਬਾਰਦਾਨੇ ਦਾ ਲਿਫਟਿੰਗ ਦਾ, ਇੱਕ ਜਿਹੜਾ ਹੈਲਥ ਦਾ ਟੋਟਲ ਸਿਸਟਮ ਕੋਲੈਪਸ ਕੀਤਾ ਹੋਇਆ, 6 ਡੈਥ ਹੋਈਆਂ। ਇਹਨਾਂ ਦੋਨਾਂ ਇਸ਼ੂਜ਼ ਨੂੰ ਲੈ ਕੇ ਪਾਰਟੀ ਦਾ
ਡੈਲੀਗੇਸ਼ਨ ਜਿਹੜਾ ਪ੍ਰਧਾਨ ਸਾਹਿਬ ਦੀ ਅਗਵਾਈ 'ਚ ਗਵਰਨਰ ਸਾਹਿਬ ਨੂੰ ਮਿਲ ਰਿਹਾ, ਉਹ ਟਾਈਮ ਅਸੀਂ ਉਹਨਾਂ ਤੋਂ ਮੰਗਿਆ। ਅਸੀਂ ਤਾਂ ਚਾਹੁੰਦੇ ਸੀ ਜੇ ਅੱਜ ਮਿਲ ਜਾਂਦਾ ਤਾਂ ਅੱਜ ਹੀ ਅਸੀਂ ਮਿਲਾਂਗੇ। ਜਦੋਂ ਉਹਨਾਂ ਤੋਂ ਟਾਈਮ ਮਿਲਦਾ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਇੱਕ ਡੈਲੀਗੇਸ਼ਨ ਜਾ ਕੇ ਇਹ ਦੋਵੇਂ ਜਿਹੜੇ ਇੰਪॉर्टेंट इशू है ये ਅਸੀਂ ਗਵਰਨਰ ਸਾਹਿਬ ਦੇ ਅੱਗੇ ਆਲਰੇਡੀ ਲੈ ਕੇ ਜਾ ਰਹੇ हैं। 18 साल से ज़्यादा वालों को इंजेक्शन लगाने को लेकर एक प्रेस नोट आया सीएम का। उन्होंने कहा कि 30 लाख हमने वैक्सीन ऑर्डर कर दी है और सबको फ्री सरकार पंजाब सरकार लगाएगी। लेकिन जो इनके स्टेट के नोडल ऑफिसर है जिनको अपॉइंट किया गया वो कह रहे हैं कि वैक्सीन आने का कोई चांस ही नहीं और हमें लगता नहीं कि 1 तारीख से हम वैक्सीनेशन शुरू कर भी पाएंगे। देखो कैप्टन अमरिंदर सिंह का तो असल च इन्हां दी सरकार का असल हाल पुछ लो। सज्जे हत्थ नूं ये नहीं पता कि खब्बा हत्थ की कर रहे। एक पासे लिखता जी प्रधानमंत्री साहब नूं कि सानू तां पैसे है नहीं, पैसे दिओ तां वैक्सीनेशन लवांगे। दूजे पासे कहंदे मैं ऑर्डर करती। तीजे पासे असलीयत की गल है कि वैक्सीनेशन दा है ही नहीं है। थोड़ी गल जो तुसीं कही मतलब इन्नी अवेलेबिलिटी नहीं। और 30 लाख नाल होना की है? तुसीं आबादी वेखो थोड़ी की है। इसलिए अफसोस की गल है कि जब तक जे तुसीं 3-3 साल दफ्तर ही नहीं जाना, थोड़े वजीर ने कला आपदे एसी कमरियां चों बह के आपदी कहानी दसी जानी है, ना कोई हॉस्पिटल च विजिट करके राजी है, देख के राजी है लोगों के दर्द नूं, ना कोई मंडी पहुँच के राजी। इट्स ऑल मतलब ये सारी कहानी थोड़ी अखबारां तक सीमित है। ग्राउंड सिचुएशन इज़ वेरी वेरी डेंजरस एंड वेरी बैड। और वेखो कल कहंदे बंद है, अज ही खबर लगी है ठेका तो फिर खुला सी, उत्थे पुलिस भी लाई है कि इन्हां बंद रह जे। मतलब यह जी जो प्रायोरिटी सी सरकार की यह जी हो जूगी फिर की कोई कर सकता है? फिर तो रब आसरी काम है। ਅਸੀਂ ਨਾ ਜੀ ਅੱਜ ਹੀ ਆਪਦੇ ਯੂਥ ਦੇ ਪ੍ਰਧਾਨ ਸਾਹਿਬ ਨੂੰ ਸੁਖਬੀਰ ਸਿੰਘ ਜੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੇ ਅੱਜ ਹਦਾਇਤ ਦਿੱਤੀ ਹੈ। ਇੱਕ ਤਾਂ ਲਿਸਟ ਤਿਆਰ ਕਰੋ ਕਿ ਜਿੰਨੇ ਵੀ ਯੂਥ ਅਕਾਲੀ ਦਲ ਦੇ ਜਾਂ SOI ਦੇ ਨੌਜਵਾਨ ਨੇ ਜਾਂ ਕੋਈ ਹੋਰ ਨੇ ਤੁਹਾਡੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ कोरोना होया सी मगर अज वो क्योर्ड ने, ਜਿਹੜਾ भी आपदा प्लाजमा डोनेट करना चाहुंदे ने उन्हां नूं डिस्ट्रिक्ट वाइज असी अगे लियावांगे। WhatsApp ग्रुपां 'च होर सारी जगह DC साहब तक कोशिश करांगे, SDM DC साहब तक लिस्टां दे के आइए कि आ साडे कोल बंदे ने, चाहे वो 10 होण 100 होण 50 होण जिन्नी भी मर्जी गिनती होवे, मगर प्लाजमा डोनेशन एंड ब्लड डोनेशन ਵੱਲ ਅਸੀਂ ਪੂਰਾ ਧਿਆਨ ਉਹਨਾਂ ਨੂੰ ਅੱਜ ਕਿਹਾ ਹੈ ਕਿ ਉਹ ਇੱਕ ਬਣਾ ਕੇ ਕੱਲ ਪਰਸੋਂ ਤੱਕ ਉਹ ਆਪਦਾ ਸਾਰਾ ਤਿਆਰ ਕਰਕੇ ਇਹ ਜਨਤਕ ਕਰਾਂਗੇ ਕਿ ਹਾਊ ਵੀ ਆਰ ਗੋਇੰਗ ਅਬਾਊਟ। ਔਰ ਮੈਂ ਤੁਹਾਡੇ ਚੈਨਲ ਲਈ ਅਪੀਲ ਕਰਦਾ, ਆਈ ਥਿੰਕ ਇਹ ਜਿਹੜਾ ਇਹ ਸਮਾਂ ਮਹਾਮਾਰੀ ਦਾ ਇਹ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ, ਇੱਕ ਦੂਜੇ ਦਾ ਸਹਾਰਾ ਬਣਨ ਦਾ ਸਮਾਂ। ਮੈਂ ਤਾਂ ਤੁਹਾਨੂੰ ਵੀ ਸਭ ਨੂੰ ਕਹੂੰਗਾ ਕਿ ਆਪਣਾ ਬਲੱਡ ਗਰੁੱਪ ਦੱਸ ਕੇ ਆਪਦੇ ਕਿਉਂਕਿ WhatsApp ਗਰੁੱਪ ਬੜੇ ਆ, थोड़े मीडिया सज्जना दे भी बड़े, आपदा ब्लड ग्रुप दसो तुसी कोरोना पॉजिटिव कद तो कद सी, जे तुहानू कोई संपर्क करता जाके हस्पताल आपदा जाके प्लाजमा डोनेट करो कि किसी ना किसी की जान बच सके। दिस इज़ अ टाइम टू कम इन एंड हेल्प एंड आपदा थोड़ा बहुता योगदान पाऊंगा। सर जिवें तुसीं किहा डेंजरस कंडीशन है ग्राउंड लेवल ते हेल्थ मैनेजमेंट सिस्टम भी ठीक नहीं है पंजाब दा, तो लगदा है दिल्ली की तरह लॉकडाउन लगाना चाहिए पंजाब। हाँ जी देखो इस गल का फैसला तो मैं आई एम नोबडी टू गिव द सजैशन। और क्योंकि जड़ा लॉकडाउन की ना ये लॉकडाउन लफ्ज़ तो ठीक है, मगर जे लॉकडाउन तुसी लाउणा है जेडे आर्थिक तौर पर पीड़ित ने, जेडे दिहाड़ी ते निर्भर ने, जे उन्होंने अज दिहाड़ी करनगे तो शाम की रोटी मिलूगी, पहला उन्हों का बंदोबस्त करो, उन्होंने खाते च पैसे पाओ। किसी को देखो हरेक बंदा एडा सहिंदा नहीं है कि वो हफ्ते का प्रबंध है या महीने का प्रबंध है। लार्ज पॉपूलेशन इज ऑन हैंड टू माउथ।
ਤੇ ਪਹਿਲਾਂ ਉਹਨਾਂ ਦਾ ਕੀ ਪ੍ਰਬੰਧ ਕਰੋਗੇ, ਫਿਰ ਤੁਸੀਂ ਲੋਕਡਾਊਨ ਦੀ ਗੱਲ ਕਰੋ। ਨਹੀਂ ਤਾਂ ਬੰਦੇ ਕਰੋਨਾ ਨਾਲ ਵੀ ਮਰਨੇ ਆ ਤੇ ਬੰਦੇ ਭੁੱਖਮਰੀ ਨਾਲ ਵੀ ਮਰਨੇ, ਜੋ ਪਿੱਛੇ ਦੇਖਣ ਨੂੰ ਮਿਲਿਆ ਸੀ। ਕੀ ਹੋਇਆ ਸੀ ਉਦੋਂ, ਕਿੰਨਾ ਝੀਕ ਝਾੜਾ ਪਿਆ ਸੀ। ਔਰ ਅਖੀਰ 'ਚ ਮੇਰੇ ਵੀ ਮੈਂ ਫੇਰ ਇਹਨਾਂ ਨੂੰ ਬੇਨਤੀ ਕਰਦਾ ਨਾ, ਕਾਂਗਰਸ ਦੇ ਵੀਰਾਂ ਨੂੰ ਤੇ ਆਪ ਦੇ ਲੀਡਰਾਂ ਨੂੰ, ਕਿ ਆਪ ਦੀ ਸਿਆਸਤ ਤੁਸੀਂ ਫੇਰ ਕਰ ਲਿਓ, ਲੋਕਾਂ ਦੀਆਂ ਮੁਸ਼ਕਲਾਤਾਂ ਵੱਲ ਧਿਆਨ ਦਿਓ, ਰਲ ਕੇ ਤੁਸੀਂ ਖੇਡਣਾ 100 ਵਾਰੀ ਖੇਡੋ। ਮਗਰ ਜਿਹੜੀ ਗੱਲ ਕਿ ਰਿਲੀਜਨ, ਪੋਲਿਟਿਕਸ, ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਡੇਂਜਰਸ ਕਾਕਟੇਲ ਹੈ, ਇਸ ਮਿਕਸ ਨੂੰ ਜਿਹੜਾ ਜੱਜ ਸਾਹਿਬ ਦੀ ਟਿੱਪਣੀ ਹੈ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ, ਪੰਜਾਬ 'ਚ ਇਹ ਜਿਹੇ ਹਾਲਾਤ ਨਾ ਪੈਦਾ ਕਰੋ, ਸਿਰਫ ਤੇ ਸਿਰਫ ਆਪ ਦੀ ਘਟੀਆ ਰਾਜਨੀਤੀ ਵਾਸਤੇ। ਥੈਂਕ ਯੂ।